ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ ਸ੍ਰੀ ਗੁਰੂ ਰਾਮਦਾਸ ਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨ ਨ ਕੇ ਨਾਸ਼ਕ ਜੀ ਬਿਗਨ ਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਨਾਇ ਮਨਾਇ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਸਤਿਗੁਰ ਹਰਿ ਰਾਏ ਜੀ ਇਸ ਬਿਦ ਸਮਾਂ ਬਿਤਾਏ ਸਿੱਖਣ ਕੋ ਸੁਖ ਦੇਤ ਹੈ ਦੁਸ਼ਟਨ ਦੁਖ ਸਮੁਦਾਏ। ਸ੍ਰੀ ਸਤਿਗੁਰ ਹਰਿ ਰਾਏ ਜੀ ਇਸ ਬਿਦ ਸਮਾਂ ਬਿਤਾਏ ਸਿੱਖਿਅਨ ਕੋ ਸੁਖ ਦੇਤ ਹੈ ਦੁਸ਼ਟਨ ਦੁਖ ਸਮੁਦਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਦਇਆ ਨਿਧ ਕਿਰਪਾ ਦੇ ਖਜ਼ਾਨੇ ਹਾਜ਼ਰਾ ਹਜੂਰ ਜਹਰਾ ਜਹੂਰ ਲੋਕ ਪਰਲੋਕ ਦੇ ਰੱਖਿਅਕ ਸੱਚੇ ਸ਼ਹਿਨਸ਼ਾਹ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਧਿਆ ਸਮੇਂ ਦੇ ਸੁੰਦਰ ਸਜ ਰਹੇ ਦੀਵਾਨ ਅੰਦਰ ਪਾਤਸ਼ਾਹ ਦੇ ਦਰਸ਼ਨ ਪਰਸੇ ਹਰ ਸਤ ਸੰਗਤ ਦੀਆਂ ਕੜੀਆਂ ਦਾ ਆਨੰਦ ਮਾਣ ਰਹੀ। ਸਤਿਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਮਿਹਰ ਕਿਰਪਾ ਦਇਆ ਸਦਕਾ ਆਪ ਜੀ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਸਤਿਗੁਰਾਂ ਦੀ ਸੋਭਾ ਸਿਫਤ ਸਲਾਘਾ ਸੰਯੁਗਤ ਚੱਲ ਰਹੀ ਲੜੀਵਾਰ ਅੰਮ੍ਰਿਤ ਰੂਪ ਕਥਾ ਸ਼ਰਵਣ ਕਰਨ ਵਾਸਤੇ ਗੁਰੂ ਦਰਬਾਰਾਂ ਦੇ ਹਾਜ਼ਰੇ ਭਰਦੇ ਹੋ। ਜਿਨਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਸਤਿਗੁਰਾਂ ਤਰਸ ਮਿਹਰਾਮਤ ਕੀਤਾ ਦਇਆ ਕੀਤੀ ਹੈ ਜੋ
ਆਪ ਜੀ ਲੰਮੇ ਸਮੇਂ ਤੋਂ ਗੁਰੂ ਚਰਨਾਂ ਸੰਗ ਜੁੜ ਕਰਕੇ ਸਤਿਗੁਰਾਂ ਦੇ ਦਰ ਕਰਦੀ ਵੱਡੀ ਵਡਿਆਈ ਸਿਫਤ ਮਹਾਨ ਸ਼ਲਾਘਾ ਸਰਵਣ ਕਰਦੇ ਹੋ। ਜਥਾ ਪ੍ਰਸੰਗ ਪਿਛਲੇ ਦੀ ਬਾਣ ਵਿੱਚ ਸਰਵਣ ਕੀਤਾ ਹੈ, ਜੋ ਸਤ ਸੰਗਤ ਦੀ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ 10ਵੀਂ ਰਾਸ ਕਥਾ ਆਰੰਭ ਹੈ। ਤੋ 10ਵੀਂ ਰਾਸ ਅੰਦਰ ਫਿਰ ਅੱਗੇ 20ਵੇਂ ਅੰਸੂ ਦੀ ਕਥਾ ਆਪਾਂ ਸਰਵਣ ਕੀਤੀ ਏ। ਗ੍ਰੰਥ ਦੀ ਮਰਿਆਦਾ ਜਿਵੇਂ ਇਸ ਗ੍ਰੰਥ ਦੀ ਬਣਤਰ ਹੈ ਵੀ ਜਦੋਂ ਵੀ ਕੋਈ ਪ੍ਰਸੰਗ ਚੱਲਦਾ ਹੈ ਉਦੋਂ ਫਿਰ ਇਹਦਾ ਲੱਭਣਾ ਪਵੇ ਵੀ ਇਹ ਕਥਾ ਕਿੱਥੇ ਚੱਲਦੀ ਹੈ। ਖਾਸ ਕਰਕੇ ਵਿਦਿਆਰਥੀਆਂ ਨੂੰ ਵੀ ਜਿਹਨੂੰ ਇਹ ਨਹੀਂ ਪਤਾ ਵੀ ਕਥਾ ਚੱਲ ਕਿੱਥੇ ਰਹੀ ਹੈ ਗ੍ਰੰਥ ਅੰਦਰ, ਅਤੇ ਉਹ ਕੀ ਉਹਦਾ ਧਿਆਨ ਕਥਾ ਦੇ ਵਿੱਚ ਹੈ। ਕਿਉਂਕਿ ਇਹ ਕਥਾ ਸੂਰਜ ਪ੍ਰਕਾਸ਼ ਜੋ ਗ੍ਰੰਥ ਹੈ, ਇਹਦਾ ਕਥਾ ਲੱਭਣੀ ਵੀ ਔਖੀ ਹੈ। ਐਸੇ ਗ੍ਰੰਥ ਹੈ ਵੀ ਕਿੱਥੇ ਚੱਲ ਰਹੀ ਹੈ, ਤੋ ਇਹਦਾ ਪਤਾ ਐਂ ਲੱਗਦਾ ਵੀ ਰਾਸ ਕਿਹੜੀ ਚੱਲ ਰਹੀ ਹੈ ਅਤੇ ਅੰਸੂ ਕਿਹੜਾ ਚੱਲ ਰਿਹਾ, ਇਹਦਾ ਖਿਆਲ ਰੱਖਣਾ। ਉਹ ਉੱਤੇ ਵੇਖੋ ਤਾਂ ਕੀ ਲਿਖਿਆ, ਸਭ ਤੋਂ ਤਾਂ ਹਰੇਕ ਅੰਗ ਦੇ ਸੱਜੇ ਹੱਥ ਰਾਸ 10ਵੀਂ ਅਤੇ ਅੰਸੂ 20 ਲਿਖਿਆ ਹੋਇਆ। ਇਹਦੀਆਂ ਗ੍ਰੰਥ ਦੀਆਂ ਜਿਹੜੀਆਂ 14 ਜਿਲਦਾਂ ਹੈ, ਪਹਿਲੀ ਜਿਲਦ ਵਿੱਚ ਕਵੀ ਸੰਤੋਖ ਸਿੰਘ ਸਾਹਿਬ ਦਾ ਜੀਵਨ ਅਤੇ ਗ੍ਰੰਥ ਬਾਬਤ ਉਹ ਦਿੱਤਾ ਹੋਇਆ ਸਾਰਾ ਵੇਰਵਾ, ਉਹ ਵੀ ਇੱਥੇ ਪਿਆ ਸੈੱਟ ਤੁਹਾਡੇ ਕੋਲੋਂ ਪੜ੍ਹੋ। ਫਿਰ ਜਿਹੜਾ ਦੂਜੀ ਪੋਥੀ ਆ ਉਹਦੇ ਵਿੱਚ ਮੰਗਲ ਹੈ। ਇਹ 2 ਗ੍ਰੰਥ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦੇ ਜੀਵਨ 'ਤੇ ਹੈ ਇਹਨਾਂ 14 ਜਿਲਦਾਂ ਦੇ ਵਿੱਚ ਹੀ ਹੈ, ਯਾਨੀ ਕਿ ਦੂਜੀ ਤੀਜੀ ਅਤੇ ਮੇਰਾ ਖਿਆਲ ਚੌਥੀ ਜਿਲਦ ਤੱਕ ਉਹਨੂੰ ਕਹਿੰਦੇ ਹੈ ਨਾਨਕ ਪ੍ਰਕਾਸ਼। ਗ੍ਰੰਥ ਇੱਕ ਹੀ ਹੈ, 14 ਜਿਲਦਾਂ, ਪਹਿਲੀਆਂ 4 ਜਿਲਦਾਂ ਨੂੰ ਨਾਨਕ ਪ੍ਰਕਾਸ਼ ਕਹਿੰਦੇ ਇਹਦੀਆਂ ਜਿਲਦਾਂ ਨੂੰ। ਅਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਸਰੂਪ ਹੈ ਅਤੇ ਆਪਾਂ ਪੁੱਛਣਾ ਵੀ ਹੁਕਮਨਾਮੇ ਜਾਂ ਕਹਿੰਦੇ ਵੀ ਆ ਜਪਜੀ ਸਾਹਿਬ, ਇੰਨੇ ਅੰਗਾਂ ਤੱਕ ਉਹਨੂੰ ਜਪਜੀ ਬਾਣੀ ਕਹਿੰਦੇ ਆ। ਇੱਦਾਂ ਇਹ ਗ੍ਰੰਥ ਦੇ ਅੰਦਰ ਪਹਿਲੀਆਂ ਜਿਹੜੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿੰਨਾ ਇਤਿਹਾਸ ਹੈ ਉੱਥੋਂ ਤੱਕ ਇਸੇ ਗ੍ਰੰਥ ਦਾ ਨਾਮ ਨਾਨਕ ਪ੍ਰਕਾਸ਼ ਹੈ। ਅਤੇ ਜਦੋਂ ਗੁਰੂ ਨਾਨਕ ਸਾਹਿਬ ਦਾ ਜੀਵਨ, ਕਿਉਂਕਿ ਪਹਿਲਾਂ 2 ਅੱਡੋ ਅੱਡ ਗ੍ਰੰਥ ਸੀ, ਨਾਨਕ ਪ੍ਰਕਾਸ਼ ਪਹਿਲਾਂ ਲਿਖਿਆ ਕਵੀ ਸੰਤੋਖ ਸਿੰਘ ਸਾਹਿਬ ਨੇ, ਅਤੇ ਫਿਰ ਜਦੋਂ ਰਾਜਾ ਉਦੈ ਸਿੰਘ ਨੇ ਬੇਨਤੀ ਕੀਤੀ ਵੀ ਆਪ ਮਹਾਰਾਜ ਹੋਰ ਲਿਖੋ ਇਤਿਹਾਸ ਅੱਗੇ ਵੀ ਸਤਿਗੁਰਾਂ ਦਾ, ਅਤੇ ਫਿਰ ਕਵੀ ਸੰਤੋਖ ਸਿੰਘ ਸਾਹਿਬ ਨੇ ਗੁਰੂ ਅੰਗਦ ਦੇਵ ਮਹਾਰਾਜ ਤੋਂ ਦੁਬਾਰਾ ਸ਼ੁਰੂ ਕੀਤਾ ਸੀ ਇਤਿਹਾਸ ਫਿਰ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਤਿਹਾਸ ਤੱਕ ਪਹਿਲਾਂ ਲਿਖਿਆ ਸੀ, ਉਹ ਬਾਬਾ ਬਾਲਾ ਜੀ ਦੀ ਸਾਖੀ ਦਾ ਲੱਥਾ ਕੀਤਾ ਏ ਕਵੀ ਰਾਜ ਨੇ, ਉਹਨੂੰ ਨਾਨਕ ਪ੍ਰਕਾਸ਼ ਕਹਿੰਦੇ। ਜਦੋਂ ਤੱਕ ਗੁਰੂ ਨਾਨਕ ਸਾਹਿਬ ਦਾ ਜੀਵਨ ਜਿੱਥੋਂ ਤੱਕ ਚੱਲੇਗਾ ਉਹਨੂੰ ਨਾਨਕ ਪ੍ਰਕਾਸ਼ ਵੀ ਕਹਿ ਦਿੰਦੇ ਆ। ਉਸ ਤਰ੍ਹਾਂ ਗੁਰਪ੍ਰਤਾਪ ਸੂਰਜ ਗ੍ਰੰਥ ਵੀ ਚਲੋ ਕਹੀ ਜਾਂਦੇ। ਅਤੇ ਗੁਰੂ ਅੰਗਦ ਦੇਵ ਮਹਾਰਾਜ ਦੇ ਜੀਵਨ ਤੋਂ ਲੈ ਕੇ ਫਿਰ ਮਗਰਲੀਆਂ ਜਿੰਨੀਆਂ 14 ਜਿਲਦਾਂ ਹੈ, ਇਹਨਾਂ ਨੂੰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵੀ ਕਹਿ ਦਿੰਦੇ ਅਤੇ ਸੂਰਜ ਪ੍ਰਕਾਸ਼ ਗ੍ਰੰਥ ਵੀ ਕਹਿ ਦਿੰਦੇ। ਗੁਰੂ ਨਾਨਕ ਸਾਹਿਬ ਦੀ ਜਿਹੜੀ ਕਥਾ ਜਿੰਨੀ ਚੱਲੇਗੀ ਉੱਥੇ ਜਿਵੇਂ ਸੂਰਜ ਮਰਿਆਦਾ ਸੂਰਜ ਵਾਲੀ ਵਰਤੀ ਹੈ ਇਹ ਗ੍ਰੰਥ ਦੇ ਅੰਦਰ ਵੀ, ਜਿਵੇਂ ਸੂਰਜ ਚੜ੍ਹਦਾ ਨਾ ਅਤੇ ਫਿਰ ਉਤਰਦਾ। ਜਿਹੜੇ ਗੁਰੂ ਨਾਨਕ ਸਾਹਿਬ ਦਾ ਜੀਵਨ ਹੈ ਉਵੇਂ ਮਹਾਰਾਜ ਦਾ ਅੱਧਾ ਜੀਵਨ ਜਿਹੜਾ ਉਹਦਾ ਨਾਂ ਰੱਖਿਆ ਹੈ ਪੂਰਬਾਰਧ, ਸੰਤੋਖ ਸਿੰਘ ਕਵੀ ਜੀ ਨੇ, ਵੀ ਸੂਰਜ ਜਿਵੇਂ ਪੂਰਬ ਆਰਧ, ਪੂਰਬ ਤੋਂ ਲੈ ਕੇ ਅਤੇ ਅੱਧ ਤੱਕ ਦੁਪਹਿਰ ਚੜ੍ਹ ਗਈ। ਉਹ ਐਂ ਫਿਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਤਿਹਾਸ ਉਹਦੇ ਅਧਿਆਏ ਹੈ, ਉੱਥੇ ਅੰਸੂ ਨਹੀਂ ਹੈ ਜਿਹੜਾ ਨਾਨਕ ਪ੍ਰਕਾਸ਼ ਪਹਿਲੀਆਂ ਜਿਲਦਾਂ 'ਚ, ਉਹਦੇ ਅੰਸੂ ਨਹੀਂ, ਉਹਦੇ ਅਧਿਆਏ ਹੈ। ਅਤੇ ਗ੍ਰੰਥ ਉਹਦਾ ਉੱਥੇ ਜਿਵੇਂ ਇੱਥੇ ਰਾਸਾਂ ਨੇ, ਉੱਥੇ ਹੈ ਪੂਰਬਾਰਧ, ਵੀ ਪੂਰਬਾਰਧ ਦਾ ਪਹਿਲਾ ਅਧਿਆਇ, ਪੂਰਬਾਰਧ ਦਾ ਦੂਜਾ ਅਧਿਆਇ, ਤੀਜਾ ਚੌਥਾ, ਇੱਦਾਂ ਵੀ ਸੂਰਜ ਜਿਵੇਂ ਚੜ੍ਹਦਾ ਫਿਰ ਐਨ ਵਿਚਕਾਰ ਆ ਜਾਂਦਾ ਦੁਪਹਿਰਾ। ਉਵੇਂ ਗੁਰੂ ਨਾਨਕ ਸਾਹਿਬ ਦੇ ਜੀਵਨ ਤੋਂ ਲੈ ਕੇ ਜਦੋਂ ਮਹਾਰਾਜ ਭਰ ਜਵਾਨੀ 'ਚ ਸਨ ਉੱਥੋਂ ਤੱਕ ਪੂਰਬਾਰਧ ਚੱਲਦਾ ਭਾਗ। ਫਿਰ ਉਸ ਤੋਂ ਬਾਅਦ ਜਿਵੇਂ ਸੂਰਜ ਢਲਣ ਲੱਗ ਪੈਂਦਾ, ਫਿਰ ਜਿਵੇਂ ਜਿਵੇਂ ਮਹਾਰਾਜ ਦਾ ਜੀਵਨ ਫਿਰ ਅਗਲਾ ਪੜਾਅ ਨੇੜੇ ਆਉਂਦਾ ਗਿਆ ਸਤਿਗੁਰਾਂ ਦੇ ਸੱਚਖੰਡ ਚਾਲੇ ਦਾ,
ਉਹ ਫਿਰ ਜਿਵੇਂ ਸੂਰਜ ਢਲਦਾ ਢਲਦਾ ਢਲਣ ਲੱਗ ਪੈਂਦਾ, ਉਥੋਂ ਅੱਧ ਤੋਂ ਬਾਅਦ ਗ੍ਰੰਥ ਤੋਂ ਫਿਰ ਨਾਂ ਰੱਖਿਆ ਉੱਤਰਾਰਧ, ਵੀ ਫਿਰ ਉੱਤਰ ਵੱਲ ਨੂੰ ਜਾਣ ਲੱਗ ਗਿਆ। ਇਹ ਉਹਦੀ ਮਰਿਆਦਾ ਹੈ। ਪਹਿਲੀਆਂ ਪੋਥੀਆਂ 'ਚ ਤੁਸੀਂ ਵੇਖ ਲਿਓ ਕਿਤੇ ਪੜ੍ਹ ਕੇ, ਉੱਥੇ ਆਏ ਆ। ਫਿਰ ਇਹਦੀ ਜਿੰਨੀ ਕਾਵਿ ਰਚਨਾ ਹੈ ਉਹ 2 ਪੂਰਬਾਰਧ ਅਤੇ ਉੱਤਰਾਰਧ, 2 ਉਹ ਹੋ ਗਏ ਪੜਾਅ, ਅਤੇ 10 ਰਾਸਾਂ 12 ਰਾਸਾਂ ਨੇ। ਜਿਵੇਂ ਸੂਰਜ ਦੀਆਂ 12 ਰਾਸਾਂ ਹੁੰਦੀਆਂ ਨੇ, ਜਿਵੇਂ ਆਪਾਂ ਰਾਸ਼ੀਆਂ ਕਹਿ ਦਿੰਦੇ ਆ, ਕੁੰਭ ਹੈ, ਮਕਰ ਹੈ, ਮੇਖ ਹੈ, ਮੀਨ ਹੈ, ਉਹ 12 ਰਾਸਾਂ ਨੇ ਇਸ ਗ੍ਰੰਥ ਦੀਆਂ। ਅਤੇ ਹਰੇਕ ਰਾਸ ਦੇ ਵਿੱਚ ਤਕਰੀਬਨ ਲਗਭਗ 60 ਅੰਸੂ ਹੁੰਦੇ ਆ, ਅਧਿਆਏ ਹੁੰਦੇ ਆ। ਵੀ ਜਿਵੇਂ 60 ਪ੍ਰਸੰਗ ਆਪਾਂ ਸੁਣਿਆ ਨਾ, ਜਿਵੇਂ ਕੱਲ੍ਹ 20ਵੇਂ ਅੰਸੂ ਦੀ ਕਥਾ ਸੁਣੀ ਹੈ, ਅਤੇ ਉਹ ਇੱਕ ਅੰਸੂ, ਉਹਨੂੰ ਅੰਸੂ ਨਾਮ ਕਿਰਨ ਦਾ ਹੁੰਦਾ। ਵੀ ਹਰੇਕ ਵੇਖੋ ਇੱਕ ਰਾਸ ਨਾਮ ਰਾਸ਼ੀ ਹੁੰਦੀ। ਜਿਵੇਂ ਸੂਰਜ, ਜਦੋਂ ਸੂਰਜ ਸੰਗਰਾਂਦ ਆਉਂਦੀ ਹੈ ਅਤੇ ਸੂਰਜ ਇੱਕ ਰਾਸ਼ੀ ਨੂੰ ਛੱਡ ਕੇ ਅਗਲੀ ਰਾਸ਼ੀ 'ਚ ਜਾਂਦਾ, ਉਹਨੂੰ ਕਹਿੰਦੇ ਸੰਗ ਭਲੀ ਪ੍ਰਕਾਰ ਕ੍ਰਾਂਤੀ ਆ ਜਾਣੀ, ਤਬਦੀਲੀ ਆ ਜਾਣੀ। ਜਿਵੇਂ ਪਿੱਛੇ ਲੰਘ ਕੇ ਗਿਆ ਹੈ ਮੱਘਰ ਦਾ ਮਹੀਨਾ, ਅਤੇ ਮੱਘਰ ਤੋਂ ਪੋਹ ਆ ਗਿਆ, ਉਹ ਮੱਕਰ ਰਾਸ਼ੀ ਵਿੱਚ ਸੀ। ਉਸ ਤੋਂ ਫਿਰ ਅੱਗੇ ਅਗਲੀ ਰਾਸ ਵਿੱਚ ਹੁਣ ਇਸ ਰਾਸ਼ੀ 'ਚ ਸੂਰਜ ਨੂੰ ਪੋਹ ਮਹੀਨਾ ਕਹਿ ਦਿੰਦੇ। 12 ਮਹੀਨੇ 12 ਰਾਸਾਂ ਸੂਰਜ ਦੀਆਂ। ਉਵੇਂ ਗ੍ਰੰਥ ਦੀਆਂ 12 ਰਾਸ਼ੀਆਂ ਨੇ, ਰਾਸਾਂ। ਅਤੇ ਜਿਵੇਂ ਹਰੇਕ ਮਹੀਨੇ ਦੇ ਦਿਨ ਹੁੰਦੇ ਆ ਜਾਂ ਕਿਰਨਾਂ ਸੂਰਜ ਦੀਆਂ, ਉਵੇਂ ਇਹ ਅੰਸੂ ਤਕਰੀਬਨ ਲਗਭਗ 60 61 62 ਇੱਥੇ ਅੰਸੂ ਹੁੰਦੇ ਆ ਹਰੇਕ ਰਾਸ ਦੇ। ਅਤੇ ਫਿਰ ਜਦੋਂ ਰਾਸਾਂ 12 ਖਤਮ ਹੋ ਜਾਣਗੀਆਂ, ਸੰਪੂਰਨ ਹੋ ਜਾਣਗੀਆਂ ਇਹਦੀਆਂ, ਉਦੋਂ ਬਾਅਦ ਜਿਵੇਂ 6 ਰੁੱਤਾਂ ਹੁੰਦੀਆਂ ਨੇ, ਫਿਰ 6 ਰੁੱਤਾਂ 'ਚ ਕਥਾ ਚੱਲ ਪੈਣੀ। ਪਹਿਲੀ ਰੁੱਤ, ਰੁੱਤ ਦੂਜੀ, ਰੁੱਤ ਤੀਜੀ, ਰੁੱਤ ਚੌਥੀ, ਰੁੱਤ ਪੰਜਵੀਂ, ਰੁੱਤ ਛੇਵੀਂ। ਵੀ ਇਸ ਗ੍ਰੰਥ ਅੰਦਰ ਪੂਰਬਾਰਧ ਅਤੇ ਉੱਤਰਾਰਧ ਇਹ 2 ਪੜਾਅ ਇਹ ਹੈ, 12 ਰਾਸ਼ੀਆਂ ਨੇ, ਰਾਸਾਂ ਨੇ, ਅਤੇ 6 ਰੁੱਤਾਂ ਨੇ। ਅਤੇ ਹਰੇਕ ਦੇ ਆਪੋ ਆਪਣੇ, ਜਿਵੇਂ ਦੱਸ ਦਿੱਤਾ ਪਿੱਛੇ ਵੀ, ਉਹ ਪੂਰਬਾਰਧ ਅਤੇ ਉੱਤਰਾਰਧ ਦੇ ਆਪੋ ਆਪਣੇ ਅਧਿਆਅ ਨੇ। ਰਾਸਾਂ ਦੇ ਵਿੱਚ ਫਿਰ ਆ ਜਾਣੇ ਹੈ ਅੰਸੂ। ਵੀ ਇੱਕ ਪਹਿਲੀ ਰਾਸ ਵਿੱਚ 60 ਅੰਸੂ, ਹੁਣ 10ਵੀਂ ਰਾਸ ਚੱਲਦੀ, ਅਤੇ ਇਹਦੇ ਵਿੱਚ ਹੁਣ 20ਵਾਂ ਅੰਸੂ ਕੱਲ੍ਹ ਆਪਾਂ ਪੜ੍ਹ ਚੁੱਕੇ। ਅੱਗੇ 21ਵੇਂ ਅੰਸੂ ਦੀ ਕਥਾ ਅੱਜ ਆਰੰਭ ਹੋਣੀ। ਅੱਗੇ ਜਦੋਂ ਰੁੱਤਾਂ ਦੀ ਮਰਿਆਦਾ 'ਚ ਆ ਜਾਵੇਗਾ ਗ੍ਰੰਥ, ਫਿਰ ਪਹਿਲੀ ਰੁੱਤ, ਦੂਜੀ ਰੁੱਤ, ਤੀਜੀ, ਚੌਥੀ, ਪੰਜਵੀਂ ਅਤੇ ਛੇਵੀਂ ਰੁੱਤ। ਉਹ ਇਸ ਤਰ੍ਹਾਂ ਇਹ ਜਿਹੜਾ ਧਿਆਨ ਭਾਵੇਂ ਅੰਗ ਨਹੀਂ ਯਾਦ ਰਹਿੰਦਾ, ਅਤੇ ਇਹ ਰੱਖ ਲਈਦਾ ਵੀ ਹੁਣ ਕਿੱਥੇ ਕਥਾ ਚੱਲਦੀ। 10ਵੀਂ ਰਾਸ 'ਚ ਕਥਾ ਚੱਲਦੀ ਹੈ, ਅਤੇ 10ਵੀਂ ਰਾਸ ਦੇ ਵਿੱਚ ਹੁਣ 20ਵਾਂ ਅੰਸੂ ਆਪਾਂ ਕੱਲ੍ਹ ਵਿਚਾਰਿਆ। ਜਿਵੇਂ ਕਿ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਮਾਤਾ ਨਿਹਾਲ ਕੌਰ ਅਤੇ ਬਾਬਾ ਧੀਰਮਲ ਨੇ ਬੇਨਤੀ ਕੀਤੀ ਸੀ ਵੀ ਤੁਸੀਂ ਗੁਰਤਾ ਗੱਦੀ ਬਾਬਾ ਰਾਮ ਰਾਏ ਨੂੰ ਦਿਓ, ਬੜਾ ਸਿਆਣਾ ਹੈ। ਤਾਂ ਮਾਤਾ ਅਤੇ ਭਰਾਤਾ ਦਾ ਬਚਨ ਸੁਣ ਕੇ ਮਹਾਰਾਜ ਨੇ ਉੱਤਰ ਦਿੱਤਾ ਸੀ ਕਿ ਵੇਖੋ ਭਰਾਤਾ ਜੀ, ਵੀ ਇਹ ਤਾਂ ਗੁਰੂ ਨਾਨਕ ਸਾਹਿਬ ਤੋਂ ਹੀ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਵੱਡਾ ਪਾਰਖੂ ਅਤੇ ਸਿਆਣਾ ਹੋਰ ਕੋਈ ਨਹੀਂ। ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪੁੱਤਰਾਂ ਨੂੰ ਪਰਖਿਆ, ਖਰੇ ਨਾ ਉਤਰੇ, ਸਿੱਖ ਨੂੰ ਗੁਰਤਾ ਦੇ ਦਿੱਤੀ। ਭਾਈ ਲਹਿਣਾ ਜੀ ਗੁਰੂ ਅੰਗਦ ਹੋਏ। ਗੁਰੂ ਅੰਗਦ ਦੇਵ ਸਾਹਿਬ ਦੇ ਵੀ 2 ਪੁੱਤਰ ਸਨ, ਉਹਨਾਂ ਦੀ ਕਸਵੱਟੀ 'ਤੇ ਨਹੀਂ ਖਰੇ ਉਤਰੇ। ਉਹਨਾਂ ਨੇ ਫਿਰ ਅੱਗੇ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ। ਗੁਰੂ ਅਮਰਦਾਸ ਮਹਾਰਾਜ ਦੇ ਵੀ 2 ਪੁੱਤਰ ਸਨ, ਮੋਹਨ ਅਤੇ ਮੋਹਰੀ ਜੀ। ਤਰ੍ਹਾਂ ਕਰਕੇ ਪੂਰੇ ਸਨ, ਪਰ ਕਹਿਣੇ 'ਚ ਨਾ ਹੋਣ ਕਰਕੇ ਉਹਨਾਂ ਨੇ ਸਿੱਖ ਨੂੰ, ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦੇ ਦਿੱਤੀ। ਇਸ ਕਰਕੇ ਕਿਸੇ ਦੇ ਹੱਥ ਵੱਸ ਨਹੀਂ, ਅਤੇ ਜੇ ਇਹਦੀ ਪ੍ਰਾਪਤੀ ਵਾਸਤੇ ਕੋਈ ਉੱਦਮ ਕਰੇਗਾ, ਉਹਨੂੰ ਸਵਾਏ ਦੁੱਖਾਂ ਤੋਂ ਹੋਰ ਕੁਝ ਨਹੀਂ ਮਿਲਣਾ, ਜਿਵੇਂ ਪਿਰਥੀ ਚੰਦ ਨਾਲ ਹੋਇਆ। ਤਾਂ ਮਹਾਰਾਜ ਨੇ ਇੱਦਾਂ ਫਿਰ ਬਚਨ ਕਹੇ, ਪਰ ਉਹ ਨਾ ਹਟੇ, ਕਿਉਂਕਿ ਮਹਾਰਾਜ ਨੂੰ ਮਾਤਾ ਨਿਹਾਲ ਕੌਰ ਜੀ ਪੁੱਤ ਕਰਕੇ, ਧੀਰਮਲ ਛੋਟਾ ਭਰਾ ਕਰਕੇ ਜਾਣਦੇ ਹੈ। ਸਤਿਗੁਰਾਂ ਨੇ ਸਭ ਕੁਝ ਵੇਖਿਆ। ਕੁਝ ਸਮਾਂ ਰਹੇ ਫਿਰ ਜਾਣਿਆ ਵੀ ਕਰਤਾਰਪੁਰ ਸਾਹਿਬ ਤੋਂ ਚਲੇ ਜਾਣਾ ਹੀ ਚੰਗਾ ਹੈ। ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ, ਨਗਾਰੇ ਵੱਜ ਗਏ। ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਇੱਥੋਂ ਨਗਾਰਿਆਂ, ਧੌਂਸਿਆਂ, ਨਿਸ਼ਾਨਾਂ ਦੀ ਛਤਰ ਛਾਇਆ ਹੇਠ, ਜਾਂ ਇਹ ਅੱਗੇ ਨਿਸ਼ਾਨ ਸਾਹਿਬ, ਨਗਾਰੇ, ਧੌਂਸੇ ਝੂਲਦੇ ਭਾਰੀ। ਮਹਾਰਾਜ ਦਾ 2200 ਘੋੜਸਵਾਰ ਫੌਜ ਦਲ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਪਹੁੰਚਾ ਹੈ। ਇੱਥੇ ਆ ਕੇ ਸੰਗਤਾਂ ਮਹਾਰਾਜ ਦੇ ਚਰਨੀ ਮੱਥੇ ਟੇਕੇ। ਬੜੀਆਂ ਗਲੀਆਂ ਦੀ ਸਜਾਵਟ ਹੋਈ ਹੈ, ਦੀਪਮਾਲਾ ਹੋਈ, ਜੈ ਜੈਕਾਰ ਹੁੰਦੀ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ।
ਸਿੱਖਾਂ ਨੇ ਬੜਾ ਸੁੱਖ ਪ੍ਰਾਪਤ ਕੀਤਾ ਮਹਾਰਾਜ ਦੇ ਕੀਰਤਪੁਰ ਸਾਹਿਬ ਆਇਆਂ ਤੇ। ਇਸ ਤਰ੍ਹਾਂ ਦਾ ਪ੍ਰਸੰਗ ਸਾਧ ਸੰਗਤ ਜੀ ਪਿਛਲੇ ਦੀਵਾਨ ਵਿੱਚ ਆਪਾਂ ਰਲ ਮਿਲ ਕਰਕੇ ਸ਼ਰਵਣ ਕਰ ਚੁੱਕੇ ਹਾਂ। ਅੱਗੇ ਜਿਵੇਂ ਮਹਾਰਾਜ ਨੇ ਗੁਰਬਾਣੀ ਦੀ ਮਹਿਮਾ ਸਿੱਖਾਂ ਨੂੰ ਦੱਸੀ ਵੀ ਗੁਰਬਾਣੀ ਦਾ, ਗੁਰੂ ਕੀ ਬਾਣੀ ਦਾ ਜਿਹੜਾ ਸਤਿਕਾਰ ਅਦਬ ਭੈ ਹੈ ਉਹ ਕਿੰਨਾ ਕਰਨਾ ਚਾਹੀਦਾ ਹੈ, ਅਤੇ ਜਿਹੜਾ ਕਰਦਾ ਸਤਿਕਾਰ ਬਾਣੀ ਦਾ ਉਹਨੂੰ ਕੀ ਮਿਲਦਾ, ਜਿਹੜਾ ਨਹੀਂ ਸਤਿਕਾਰ ਕਰਦਾ ਬਾਣੀ ਦਾ ਉਹਦਾ ਜਿਹੜਾ ਜੀਵਨ ਜਾਂ ਉਹਦਾ ਫਲ ਇਹਨਾਂ ਨੂੰ ਕੈਸਾ ਮਿਲਦਾ ਹੈ। ਉਹ ਆਪ ਜੀ ਚਿੱਤ ਬਿਰਤੀ ਇਕਾਗਰ ਕਰੋ। ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਸਤਿਗੁਰਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਸਭ ਸੰਗਤ ਆਖੋ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਸ੍ਰੀ ਸਤਿਗੁਰ ਹਰਿਰਾਏ ਜੀ। ਕਵਿਰਾਜ ਕਹਿੰਦੇ ਕਿ ਧੰਨ ਸੱਚੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਸੁਭਾਈਮਾਨ ਪਾਤਸ਼ਾਹ ਜੀ ਇਸ ਬਿਦ ਸਮਾਂ ਬਿਤਾਏ। ਕੀਰਤਪੁਰ ਸਾਹਿਬ ਆ ਗਏ ਤੇ ਕਈ ਸਮੇਂ ਮਹਾਰਾਜ ਨੇ ਇੱਦਾਂ ਹੀ ਦਿਨ ਮਹੀਨੇ ਬਤੀਤ ਕਰ ਦਿੱਤੇ, ਖੁਸ਼ੀਆਂ ਮਾਣਦਿਆਂ ਤੇ ਸੰਗਤਾਂ ਨੂੰ ਬਖਸ਼ਦਿਆਂ ਹੋਇਆਂ। ਸਿੱਖਿਆਂ ਨੂੰ ਕੋ ਸੁਖ ਦੇਤ ਹੈ। ਪਾਤਸ਼ਾਹ ਜੀ ਆਈ ਹੋਈ ਸਾਧ ਸੰਗਤ ਨੂੰ, ਗੁਰੂ ਰੂਪ ਖਾਲਸੇ ਨੂੰ, ਸਾਧ ਸੰਗਤਾਂ ਨੂੰ ਮਹਾਰਾਜ ਬੜਾ ਭਾਰੀ ਸੁਖ ਦੇ ਰਹੇ ਹੈ। ਦੁਸ਼ਟਨ ਦੁਖ ਸਮੁਦਾਏ। ਤੇ ਜਿੰਨੇ ਦੁਸ਼ਟਾਂ ਦਾ ਸਮੁਦਾਇ ਹੈ ਉਹਨਾਂ ਨੂੰ ਭਾਰੀ ਦੁੱਖ ਹੁੰਦਾ ਹੈ। ਮਹਾਰਾਜ ਦੀ ਸ਼ੋਭਾ ਵੇਖ ਕੇ, ਮਹਾਰਾਜ ਦੀ ਵਡਿਆਈ ਵੇਖ ਕੇ ਸਿੱਖਾਂ ਦੇ ਮਨ ਵਿੱਚ ਆਨੰਦ ਖੀੜਾ ਪੈਦਾ ਹੁੰਦਾ ਹੈ। ਮਹਾਰਾਜ ਦੇ ਦਰ ਘਰ ਦੀ ਮਹਿਮਾ ਵੇਖ ਕੇ, ਇਕੱਠ ਵੇਖ ਕੇ, ਸਤਿਗੁਰਾਂ ਦੀ ਸ਼ੋਭਾ ਸੁਣ ਸੁਣ ਕੇ, ਦਰਸ਼ਨ ਕਰ ਕਰਕੇ ਉੱਥੇ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਸਾਧ ਸੰਗਤ ਦੀ ਸੂਰਜ ਜਿਹੜਾ ਹੁੰਦਾ ਕਮਲ ਵਾਸਤੇ ਤਾਂ ਸੁਖਦਾਈ ਹੁੰਦਾ, ਪਰ ਕੁਮੁਦਨੀ ਵਾਸਤੇ ਉਹੀ ਜਿਹੜਾ ਸਾਧ ਸੰਗਤ ਜੀ ਸੂਰਜ ਹੁੰਦਾ ਉਹ ਬੜਾ ਦੁੱਖਮਈ ਹੁੰਦਾ। ਇਸੇ ਤਰ੍ਹਾਂ ਜਿਵੇਂ ਉੱਲੂ ਨੂੰ ਸੂਰਜ ਦੁੱਖਦਾਈ ਹੁੰਦਾ ਅਤੇ ਚੱਕਵਿਆਂ ਨੂੰ ਜਿਹੜਾ ਹੁੰਦਾ ਉਹ ਬੜਾ ਭਾਰੀ ਸੁੱਖ ਦਿੰਦਾ ਹੈ। ਚੌਪਈ। ਏਕ ਦਿਓ ਸਮਹਿ ਕਿਰਪਾ ਨਿਧਾਨਾ। ਇੱਦਾਂ ਕਵੀ ਜੀ ਕਹਿੰਦੇ ਇੱਦਾਂ ਸਮਾਂ ਲੰਘਦਾ ਗਿਆ, ਇੱਕ ਦਿਨ ਦੀ ਬਾਤ ਹੈ, ਕਿਰਪਾ ਦੇ ਖਜ਼ਾਨੇ ਪਾਤਸ਼ਾਹ ਜੀ ਬੈਠੇ ਰੁਚਿਰ ਪ੍ਰਿਅੰਕ ਮਹਾਨਾ। ਸੋਹਣਾ ਪਲੰਘਾ ਡਾਹ ਕੇ ਸੱਚੇ ਪਾਤਸ਼ਾਹ ਜੀ ਸਜੇ ਹੋਏ ਹਨ। ਸਮੋ ਆਰਾਮ ਕਰਨ ਕੋ ਜਾਣੇ। ਤੇ ਸਮਾਂ ਸੀ ਮਹਾਰਾਜ ਦੇ ਆਰਾਮ ਕਰਨ ਦਾ, ਜਿਵੇਂ ਦੁਪਹਿਰ ਹੁੰਦੀ ਤਾਂ ਦੁਪਹਿਰ ਸਮੇਂ ਮਹਾਰਾਜ ਜੀ ਬਿਰਾਜੇ ਹੋਏ ਹੈ। ਪੌੜ ਗਏ ਸੁਪਤੇ ਸੁਖ ਸਾਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨਾ ਉਹ ਆਪਣੇ ਆਸਣ ਦੇ ਉੱਪਰ, ਜਿਵੇਂ ਸਿੰਘਾਸਣ ਜਿਹੜਾ ਕੋਈ ਪਲੰਘਾ ਹੈ ਉਹਦੇ ਉੱਪਰ ਮਹਾਰਾਜ ਬੜੇ ਸੁੱਖ ਦੇ ਸਹਿਤ ਆਰਾਮ ਜਿਹੜਾ ਫਰਮਾ ਰਹੇ ਹਨ। ਸੂਖਮ ਬਸਤਰ ਉਪਰੇ ਤਾਨਾ। ਤੇ ਗਰਮੀ ਹੈ ਸੀ ਤੇ ਪਤਲਾ ਜਿਹਾ ਬਸਤਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਰੀਰ ਦੇ ਉੱਪਰ ਲਿਆ ਹੋਇਆ ਤੇ ਇੱਦਾਂ ਢੱਕ ਕੇ ਸਰੀਰ ਨੂੰ ਬਿਰਾਜੇ ਹੋਏ ਹਨ। ਕੁਛ ਸਿੱਖ ਹੁਤੇ ਅਲਪ ਤੇ ਸਥਾਨਾ। ਤੇ ਕੁਝ ਸਿੱਖ ਬਹੁਤੇ ਨਹੀਂ ਸਨ, ਮਹਾਰਾਜ ਬਿਰਾਜ ਰਹੇ ਸੀ, ਬਹੁਤ ਥੋੜੇ ਸਿੱਖ ਹੀ ਸੀ ਮਹਾਰਾਜ ਦੀ ਸਭਾ ਦੇ ਵਿੱਚ ਹੋਏ ਸਨ, ਰੁਕੇ ਹੋਏ ਸਨ। ਕਿਤਕ ਸਮੋ ਜਬ ਏਵ ਬਿਤਾਏ। ਏਦਾਂ ਮਹਾਰਾਜ ਦੇ ਬਿਰਾਜੇ ਹੋਇਆਂ ਨੂੰ ਜਦੋਂ ਕਾਫੀ ਸਮਾਂ ਲੰਘਿਆ ਹੈ, ਕਿਸੂ ਦੇਸ਼ ਤੇ ਦੋਏ ਸਿੱਖ ਆਏ। ਤੇ ਦੋ ਸਿੱਖ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਇਹ ਰਾਗੀ ਸਨ ਦੋਵੇਂ, ਦੋ ਸਿੱਖ ਕਿਸੇ ਬਾਹਰਲੇ ਵਿਦੇਸ਼ ਤੋਂ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨਾਂ ਨੂੰ ਆ ਗਏ ਹੈ। ਔਰ ਸ਼ਰਧਾ ਤਦ ਸ਼ਬਦ ਸੁਗਾਵਤ। ਇਹਨਾਂ ਦੇ ਮਨ 'ਚ ਸ਼ਰਧਾ ਸੀ ਵੀ ਅਸੀਂ ਨਾ ਸ਼ਬਦ ਗਾਈਏ, ਵੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਅਸੀਂ ਗੁਰਬਾਣੀ ਦਾ ਸ਼ਬਦ ਗਾ ਕੇ ਸੁਣਾਈਏ, ਕਿਉਂ ਅਸੀਂ ਵਿੱਦਿਆ ਪੜ੍ਹੀ ਹੋਈ ਹੈ। ਅਤੇ ਮਹਾਰਾਜ ਦੀ ਸੋਭਾ ਕਰਕੇ ਕੀਰਤਨ ਬਾਣੀ ਮਹਾਰਾਜ ਦੇ ਹਜ਼ੂਰੀ 'ਚ ਗਾ ਕੇ ਅਸੀਂ ਆਪਦੀ ਵਿੱਦਿਆ ਸਫਲੀ ਕਰ ਲਈਏ ਜੀ। ਬਹੁਤ ਪ੍ਰੇਮ ਸੁਨਬੇ ਉਪਜਾਵਤ। ਇਹਨਾਂ ਨੂੰ ਇੱਛਾ ਸੀ ਵੀ ਮਹਾਰਾਜ ਸਾਡੇ ਤੋਂ ਗੁਰਬਾਣੀ ਦਾ ਕੀਰਤਨ ਸੁਣਨ ਅਤੇ ਮਨ ਵਿੱਚ ਮਹਾਰਾਜ ਦੇ ਬੜਾ ਪ੍ਰੇਮ ਪੈਦਾ ਹੋਵੇ, ਅਤੇ ਇਹਨਾਂ ਦੇ ਮਨ ਵਿੱਚ ਇੱਦਾਂ ਦੀ ਭਾਰੀ ਇੱਛਾ ਹੈ ਸੀ। ਸੁੰਦਰ ਸੁਰ ਤੇ ਰਾਗ ਬਸਾਵੈ। ਤੇ ਰਾਗੀ ਚੰਗੇ ਵਿਦਵਾਨ ਚੋਟੀ ਦੇ ਸਨ, ਰਾਗਾਂ 'ਚ ਕੀਰਤਨ ਕਰਦੇ, ਆਵਾਜ਼ ਬਹੁਤ ਸੁੰਦਰ ਅਤੇ ਸੋਹਣੇ ਸੁਰ ਦੇ ਨਾਲ ਸੁਰਾਂ ਨੂੰ ਰਾਗ ਵਿੱਚ ਵਸਾ ਕੇ ਕੀਰਤਨ ਕਰਦੇ ਹਨ। ਗਨ ਸੰਗਤ ਕੋ ਗਾਏ ਰਿਝਾਵੈ। ਤੇ ਆਪਣੇ ਦੇਸ਼ ਵਿੱਚ ਸੰਗਤਾਂ ਨੂੰ ਕੀਰਤਨ ਗਾਉਂਦੇ ਸੀ, ਜਿੱਥੋਂ ਦੇ ਹੈ ਸੀ ਉੱਥੇ ਧਰਮਸ਼ਾਲਾ ਦੇ ਹਜ਼ੂਰੀ ਰਾਗੀ ਸਿੱਖ ਸਨ ਤੇ ਬਹੁਤ ਵਿਦਵਾਨ,
ਬਹੁਤ ਸੰਗਤਾਂ ਨੂੰ ਇਹ ਕੀਰਤਨ ਦੁਆਰਾ ਨਦਰੋ ਨਦਰ ਨਿਹਾਲ ਕਰਦੇ ਐ। ਦਰਸ਼ਨ ਹਿਤ ਆਏ ਦਰਬਾਰ। ਐਸੇ ਵਿਦਵਾਨ ਰਾਗੀ ਗੁਰਮੁਖ ਪਿਆਰੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸਾਧ ਸੰਗਤ ਜੀ ਕੀਰਤਪੁਰ ਸਾਹਿਬ ਮਹਾਰਾਜ ਦੇ ਦਰਬਾਰ ਆ ਪਹੁੰਚੇ ਹਨ। ਸੁਪਤੇ ਜਨ ਗੁਰੂ ਉਦਾਰ। ਜਦੋਂ ਆਏ ਤੇ ਆਉਂਦਿਆਂ ਨੂੰ ਸਤਿਗੁਰੂ ਹਰਿ ਸਾਹਿਬ ਜੀ ਬਿਰਾਜੇ ਹੋਏ ਸਨ, ਸੁੱਤੇ ਹੋਏ ਐ। ਔਰ ਮੈਂ ਕਰਾਂ ਵਿਚਾਰ ਵਿਸਾਲਾ। ਇਹ ਜਦੋਂ ਮਹਾਰਾਜ ਨੂੰ ਸੁੱਤਿਆਂ ਵੇਖਿਆ ਨਾ ਤੇ ਇਹਨਾਂ ਦੋਵਾਂ ਨੇ ਮਨ ਵਿੱਚ ਬੜੀ ਏਦਾਂ ਵਿਚਾਰ ਕੀਤੀ ਹੈ ਗਾਵਹਿ ਸ਼ਬਦ ਕੇ ਨਹਿ ਇਸ ਵੀ ਕਾਲਾ। ਮਹਾਰਾਜ ਤਾਂ ਬਿਰਾਜੇ ਹੋਏ ਆ ਤੇ ਇੱਕ ਦੂਜੇ ਨੂੰ ਪੁੱਛਦੇ ਵੀ ਹੁਣ ਆਪਾਂ ਕੀਰਤਨ ਕਰੀਏ ਕਿ ਨਾ ਕਰੀਏ। ਵੀ ਹੁਣ ਮਹਾਰਾਜ ਸੁੱਤੇ ਹੋਇਆ ਤੇ ਮਹਾਰਾਜ ਦੇ ਬਿਰਾਜਿਆਂ ਹੋਇਆ ਆਪਾਂ ਨੂੰ ਕੀਰਤਨ ਸ਼ਬਦ ਗਾਉਣਾ ਚਾਹੀਏ ਕਿ ਨਹੀਂ ਗਾਉਣਾ ਚਾਹੀਏ। ਦੁਚਿੱਤੀ ਵਿੱਚ ਪਏ ਹੋਏ ਆ। ਸੁਧ ਧੁਨ ਜਾਗਹਿ ਕੋ ਪਹਿਨਾਹੀ। ਤੇ ਸੁਣ ਕੇ ਮਹਾਰਾਜ ਨਾ ਇਹ ਧੁਨ ਨੂੰ ਤੇ ਜੇ ਜਾਗ ਪਏ ਜਦੋਂ ਸੁੱਧ ਹੋਊ ਮਹਾਰਾਜ ਨੂੰ ਤੇ ਜਦੋਂ ਵੱਜਣਾ ਕੀਰਤਨ ਤੰਤੀ ਸਾਜ਼ ਵੱਜਣੇ ਆ, ਤਬਲਾ ਵੱਜੇਗਾ ਤੇ ਮਹਾਰਾਜ ਜਾਗ ਜਾਣਗੇ। ਤੇ ਇਹ ਨਾ ਹੋਵੇ ਵੀ ਮਹਾਰਾਜ ਗੁੱਸੇ 'ਚ ਆਉਣ ਵੀ ਤੁਸਾਂ ਇਹ ਕਿਉਂ ਦੁਪਹਿਰ ਦੇ ਸਮੇਂ ਕੀਰਤਨ ਆਰੰਭ ਕਰ ਲਿਆ ਤੇ ਸਾਡੀ ਨੀਂਦ ਖਰਾਬ ਕੀਤੀ। ਕਿਤੇ ਮਹਾਰਾਜ ਗੁੱਸਾ ਨਾ ਕਰਦੇ ਹੋਣ। ਹਮਾਰੀ ਨਿੰਦਰਾ ਇਨ ਉਸਟਾਹੀ। ਵੀ ਆ ਕੇ ਤੇ ਕੀਰਤਨ ਕਰਨ ਲੱਗ ਪਏ, ਅਸੀਂ ਬਿਰਾਜੇ ਸਾਂ ਤੇ ਸਾਡੀ ਨੀਂਦ ਇਹਨਾਂ ਨੇ ਉਥਾਨ ਕਰ ਦਿੱਤੀ ਹੈ, ਸਾਡੀ ਨੀਂਦ ਖਰਾਬ ਕੀਤੀ ਹੈ। ਕਹਾਂ ਪਰਸ ਪਰ ਸਤਿਗੁਰ ਸਦਾ। ਤੇ ਏਦਾਂ ਦੁਚਿੱਤੀ ਵਿੱਚ ਦੁਬਿਧਾ 'ਚ ਫਸੇ ਹੋਏ ਦੋਵੇਂ ਰਾਗੀ ਜਣ ਜਿਹੜੇ ਹੈ ਕਰਦੇ ਇੱਕ ਦੂਜੇ ਨਾਲ ਗੱਲਾਂ ਨਹੀਂ ਆ। ਫਿਰ ਇੱਕ ਦੋਵਾਂ 'ਚੋਂ ਸਿਆਣਾ ਰਾਗੀ ਉਹ ਕਹਿੰਦਾ ਭਾਈ ਧੰਨ ਧੰਨ ਗੁਰੂ ਹਰਿ ਸਾਹਿਬ ਜੀ ਮਹਾਰਾਜ ਐਸੇ ਪਾਤਸ਼ਾਹ ਹਨ ਤੁਰੀ ਅਵਸਥਾ ਮਹਿ ਜਦ ਕਦਾ। ਵੀ ਇਹ ਤਾਂ ਤੁਰੀ ਅਵਸਥਾ 'ਚ ਰਹਿੰਦੇ ਆ, ਚੌਥੀ ਅਵਸਥਾ 'ਚ ਹੀ ਇਹਨਾਂ ਦਾ ਟਿਕਾ ਆ। ਵੀ ਜਿਵੇਂ ਸੰਸਾਰ ਜਿਹੜਾ ਨਾ ਉਹ ਤਿੰਨਾਂ ਅਵਸਥਾ ਮਾਣਦਾ ਵੀ ਇੱਕ ਜਾਗਰਤ ਹੁੰਦੀ ਹੈ, ਇੱਕ ਸੁਪਨ ਅਵਸਥਾ ਹੁੰਦੀ ਹੈ ਤੇ ਇੱਕ ਸੁਖੋਪਤੀ ਹੁੰਦੀ ਹੈ। ਜਾਗਰਤ ਅਵਸਥਾ ਹੁੰਦੀ ਵੀ ਜਿਵੇਂ ਹੁਣ ਆਪਾਂ ਨਹੀਂ ਜਾਗਦੇ ਫਿਰਦੇ ਤੇ ਸਭ ਕੁਝ ਦੀਦਾ। ਮਨੁੱਖ ਹਰੇਕ ਤਿੰਨ ਹੀ ਅਵਸਥਾ ਵਿੱਚ ਟਿਕਿਆ ਰਹਿੰਦਾ ਵੀ ਹੁਣ ਆਪਾਂ ਜਾਗਦੇ ਹਾਂ, ਕੁਝ ਸਭ ਕੁਝ ਦੀਦਾ, ਗਿਆਨ ਕਰਮ ਇੰਦਰੀ ਵੀ ਕੰਮ ਕਰ ਰਹੇ ਤੇ ਇਹਨੂੰ ਜਾਗਰਤ ਅਵਸਥਾ ਕਹਿ ਦਿੰਦੇ ਆ। ਇੱਕ ਸੁਪਨ ਅਵਸਥਾ ਹੁੰਦੀ ਹੈ। ਸੁਪਨ ਅਵਸਥਾ ਦੇ ਵਿੱਚ ਜਦੋਂ ਆਪਾਂ ਬਿਰਾਜਦੇ ਹਾਂ ਤੇ ਸਥੂਲ ਸਰੀਰ ਨਹੀਂ ਕੰਮ ਕਰਦਾ, ਸਥੂਲ ਸਰੀਰ ਟਿਕ ਜਾਂਦਾ। 17 ਤੱਤਾਂ ਦਾ ਜਿਹੜਾ ਸੂਖਸ਼ਮ ਸਰੀਰ ਹੁੰਦਾ, 5 ਗਿਆਨ ਇੰਦਰੀ ਹੈ, 5 ਕਰਮ ਇੰਦਰੀ ਹੈ, 5 ਪ੍ਰਾਣ ਹੈ ਤੇ 2 ਮਨ ਤੇ ਬੁੱਧ। ਇਹ 17 ਤੱਤਾਂ ਨੂੰ ਸੂਖਸ਼ਮ ਸਰੀਰ ਕਹਿੰਦੇ। ਤੇ ਜਦੋਂ ਸਰੀਰ ਫਿਰ ਜਦੋਂ ਮਨੁੱਖ ਸੁਪਨ ਅਵਸਥਾ ਵਿੱਚ ਹੁੰਦਾ ਤੇ ਜਿਹੜਾ ਸੁਪਨਾ ਆ ਰਿਹਾ ਹੁੰਦਾ ਉਹਨੂੰ ਸੁਪਨ ਅਵਸਥਾ ਕਹਿ ਦਿੰਦੇ ਆ। ਉਦੋਂ ਫਿਰ ਸੂਖਸ਼ਮ ਸਰੀਰ ਜਾਂਦਾ ਜਿੱਥੇ ਜਾਂਦਾ 17 ਤੱਤਾਂ ਦਾ। ਸਥੂਲ ਸਰੀਰ ਜਾਗਰਤ ਅਵਸਥਾ ਵਿੱਚ ਤਤਪਰ ਰਹਿੰਦਾ ਤੇ ਸੁਪਨ ਅਵਸਥਾ ਵਿੱਚ ਸੂਖਸ਼ਮ ਸਰੀਰ ਤਤਪਰ ਰਹਿੰਦਾ। ਤੀਜੀ ਅਵਸਥਾ ਹੈ ਸੁਖੋਪਤੀ। ਜਿਵੇਂ ਆਪਾਂ ਸੌਂਦੇ ਹਾਂ, ਇੱਕ ਤਾਂ ਜਾਗੇ ਉਹ ਜਾਗਰਤ ਅਵਸਥਾ, ਦੂਜਾ ਸੁੱਤਿਆਂ ਸੁਪਨਾ ਆਇਆ ਉਹ ਸੁਪਨ ਅਵਸਥਾ। ਇੱਕ ਸੁਖੋਪਤੀ ਹੁੰਦੀ ਵੀ ਕਈ ਵਾਰ ਸੌਂ ਜਾਈਦਾ ਤੇ ਇੰਨੀ ਗੂੜੀ ਨੀਂਦ ਆਉਂਦੀ ਸੁਪਨਾ ਵੀ ਕੋਈ ਨਹੀਂ ਆਉਂਦਾ। ਨਾ ਸੁੱਤੇ ਨਾ ਜਾਗਦੇ ਹੋਈਦਾ ਤੇ ਨਾ ਸੁਪਨੇ 'ਚ ਹੋਈਦਾ। ਬਹੁਤ ਗੂੜੀ ਨੀਂਦ ਆ ਜਾਣੀ, ਕੁਝ ਪਤਾ ਹੀ ਨਾ ਲੱਗਣਾ ਵੀ ਸਰੀਰ ਕਿੱਥੇ ਹੈ ਕਿੱਥੇ ਨਹੀਂ ਹੈ। ਉਹ ਗੂੜੀ ਨੀਂਦ ਦੀ ਅਵਸਥਾ ਜਿਹੜੀ ਹੁੰਦੀ ਜਿਹਦੇ ਵਿੱਚ ਸੁਪਨਾ ਵੀ ਨਾ ਕੋਈ ਆਵੇ ਤੇ ਉਸ ਅਵਸਥਾ ਨੂੰ ਜਿਵੇਂ ਪਤਾ ਹੀ ਨਹੀਂ ਲੱਗਦਾ ਵੀ ਉਹ ਕਿੰਨਾ ਟਾਈਮ ਸਮਾਂ ਲੰਘ ਜਾਂਦਾ। ਉਹ ਜਿੰਨਾ ਸਮਾਂ ਲੰਘਿਆ ਇੱਕ ਤਾਂ ਸੁਪਨਾ ਲੈਂਦਿਆਂ ਲੰਘ ਗਿਆ, ਉਹ ਪਤਾ ਸੁਪਨਾ ਤਾਂ ਲੈ ਰਿਹਾ ਕੁਝ ਕਰ ਰਿਹਾ। ਜਾਗਰਤ ਅਵਸਥਾ ਵਿੱਚ ਜਾਗਦਾ ਹੁੰਦਾ ਮਨੁੱਖ। ਇੱਕ ਸੁਖੋਪਤੀ ਅਵਸਥਾ ਹੈ ਜਿਹਦੇ ਵਿੱਚ ਕੁਝ ਪਤਾ ਨਹੀਂ ਲੱਗਦਾ, ਸੁੱਤਿਆਂ ਹੋਇਆਂ ਬਹੁਤ ਗੂੜੀ ਨੀਂਦ ਵਿੱਚ ਚਲੇ ਜਾਣਾ। ਇਹ 3 ਅਵਸਥਾ ਵਿੱਚ ਮਨੁੱਖ ਹਮੇਸ਼ਾ ਰਹਿੰਦਾ, ਇੱਕ ਟਾਈਮ ਇੱਕ ਅਵਸਥਾ ਹੀ ਭੋਗ ਸਕਦਾ। ਤਾਂ ਉਹ ਸਿਆਣੇ ਵਿਦਵਾਨ ਰਾਗੀ ਕਹਿੰਦੇ ਵੀ ਵੇਖੋ ਮਹਾਰਾਜ ਤਾਂ ਤੁਰੀ ਅਵਸਥਾ 'ਚ ਰਹਿੰਦੇ। ਤੁਰੀ ਸੰਸਕ੍ਰਿਤ ਦਾ ਸ਼ਬਦ ਹੈ। 3 ਅਵਸਥਾ, ਤੁਰੀ ਤੋਂ ਚੌਥਾ, ਤੁਰੀ ਨਾਮ ਚੌਥੀ ਦਾ ਤੇ ਚੌਥੀ ਅਵਸਥਾ ਤੁਰੀ ਅਵਸਥਾ ਕਹੋ, ਚੌਥੀ ਅਵਸਥਾ ਕਹੋ, ਇੱਕੋ ਹੀ ਗੱਲ ਹੈ। ਤੇ ਤੁਰੀ ਅਵਸਥਾ ਹੁੰਦੀ ਹੈ ਜਿਹਦੇ ਵਿੱਚ ਭਾਵਾ ਭਾਵਨੀ ਹੋ ਜਾਣੀ ਵੀ ਜਿਵੇਂ ਕੋਈ ਦੁੱਖ ਦਾ ਸੁੱਖ ਦਾ, ਜਿਵੇਂ ਜਾਗਦਿਆਂ ਹੀ ਐਂ ਤੁਰੇ ਫਿਰਨਾ ਵੀ ਸੰਸਾਰ ਜਿਵੇਂ ਸੁਪਨਾ ਹੁੰਦਾ ਇੱਦਾਂ ਭੋਗਦੇ ਰਹਿਣਾ ਵੀ ਜਿਹੋ ਜਿਹਾ ਕੁਝ ਆਈ ਜਾ ਰਿਹਾ ਕੀ ਹੋਈ ਜਾ ਰਿਹਾ ਉਹ ਹੋਤਾ ਜਾਏ ਸੋ ਹੋਏ, ਸਹਿਜੇ ਜੋ ਹੋ ਰਿਹਾ। ਕੋਈ ਬਹੁਤੀ ਮਨ 'ਚ ਕਾਹਲਪਣ ਖਤਮ ਹੋ ਜਾਣਾ, ਸੁਤੇ ਸਿੱਧ ਹੋ ਜਾਣਾ। ਇੱਦਾਂ ਬਹੁਤ ਉੱਚ ਅਵਸਥਾ ਤੁਰੀਆ ਹੈ। ਤੇ ਉਹ ਰਾਗੀ ਕਹਿੰਦੇ ਵੀ ਇੱਕ ਕਹਿੰਦਾ ਮਹਾਰਾਜ ਜਾਗ ਜਾਣਗੇ ਤੇ ਮਹਾਰਾਜ ਗੁੱਸੇ ਹੋਣਗੇ, ਦੂਜਾ ਕਹਿੰਦਾ ਨਹੀਂ
ਸਤਿਗੁਰੂ ਹਰਿ ਰਾਇ ਸਾਹਿਬ ਜੀ ਤਾਂ ਸਦਾ ਤੁਰੀਆ ਅਵਸਥਾ ਦੇ ਵਿੱਚ ਰਹਿੰਦੇ ਆ, ਜਦੋਂ ਕਦੋਂ ਜਾਗਦੇ ਵੀ ਤੇ ਬਰਾਜੇ ਹੋਏ ਵੀ ਤੁਰੀਆ ਅਵਸਥਾ ਵਿੱਚ ਰਹਿੰਦੇ ਵੀ। ਇਹ ਤਾਂ ਨੀਂਦ ਤਾਂ ਉਹਨਾਂ ਦੀ ਖਰਾਬ ਹੁੰਦੀ ਨਾ ਜਿਹੜੇ ਸੁਖੋਪਤੀ 'ਚ ਹੋਣਗੇ ਜਾਂ ਸੁਪਨ 'ਚ ਹੋਣਗੇ, ਤੇ ਜਿਹੜਾ ਸੁਪਨ 'ਚ ਹੈ ਹੀ ਨਹੀਂ, ਨਾ ਸੁਪਨ ਅਵਸਥਾ 'ਚ ਤੇ ਨਾ ਸੁਖੋਪਤੀ 'ਚ, ਉਹ ਸੁੱਤਾ ਕਿਵੇਂ ਗਿਣ ਸਕਦੇ ਆਪਾਂ। ਇਸ ਕਰਕੇ ਮਹਾਰਾਜ ਤਾਂ ਸਦਾ ਤੁਰੀਆ ਅਵਸਥਾ ਵਿੱਚ ਰਹਿਣ ਵਾਲੇ ਹਨ। ਕੀਨ ਅਵਸਥਾ ਸਾਖੀ ਰੂਪ। ਵੀ ਮਹਾਰਾਜ ਤਾਂ ਉਸ ਅਵਸਥਾ ਵਿੱਚ ਰਹਿੰਦੇ ਆ ਜਿਹੜੀ ਤਿੰਨਾਂ ਅਵਸਥਾ ਦਾ ਸਾਖੀ ਰੂਪ ਹੈ, ਜਾਗਰਤ ਵਿੱਚ ਵੀ, ਸੁਪਨ ਵਿੱਚ ਵੀ ਤੇ ਸੁਖੋਪਤੀ ਦੇ ਵਿੱਚ ਵੀ। ਜਿਹੜਾ ਪਿੱਛੇ ਖੜਾ ਹੁੰਦਾ ਭਾਵ ਜਿਹਨੂੰ ਆਤਮਾ ਕਹਿ ਦਿੰਦੇ ਆ, ਗੁਰੂ ਹਰਿ ਰਾਇ ਸਾਹਿਬ ਮਹਾਰਾਜ ਤਾਂ ਉਹ ਪਰਮਾਤਮਾ ਦਾ ਸਰੂਪ ਸਰਗੁਣ ਹਨ ਜੀ। ਜਿਉ ਜਲ ਕਮਲ ਅਲੇਪ ਅਨੂਪ। ਦੇਖੋ ਇਹਨਾਂ ਤਿੰਨਾਂ ਅਵਸਥਾ ਵਿੱਚ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਮਹਾਰਾਜ ਇੱਦਾਂ ਰਹਿ ਰਹੇ ਆ ਜਿਵੇਂ ਕੋਈ ਪਾਣੀ ਦੇ ਵਿੱਚ ਕਮਲ ਦਾ ਬੂਟਾ ਖੜਾ ਹੁੰਦਾ ਹੈ, ਵੀ ਪਾਣੀ ਵਿੱਚ ਰਹਿੰਦਿਆਂ ਹੋਇਆਂ ਵੀ ਪਾਣੀ ਉਹਨੂੰ ਪਹੁੰਚਦਾ ਨਹੀਂ, ਸਪਰਸ਼ ਨਹੀਂ ਕਰਦਾ ਹੈ। ਸਤਿਗੁਰੂ ਇੱਦਾਂ ਤੁਰੀਆ ਅਵਸਥਾ ਵਿੱਚ ਹਨ ਤੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜਲ ਵਿੱਚ ਜੈਸੇ ਜਲ ਮਹਿ ਕਮਲ ਅਲਿਪਤੋ ਐਸੀ ਬਿਰਤੀ ਰੱਖਦੇ ਐ। ਸੁਨ ਹਰਿ ਸਿਮਰਨ ਆਨੰਦ ਧਰੈ। ਤੇ ਆਪਾਂ ਨੂੰ ਕੀਰਤਨ ਕਰਨਾ ਚਾਹੀਦਾ, ਕਿਉਂਕਿ ਜਦੋਂ ਮਹਾਰਾਜ ਦੀ ਹਜ਼ੂਰੀ 'ਚ ਆਪਾਂ ਕੀਰਤਨ ਕਰਾਂਗੇ ਸੱਚੇ ਪਾਤਸ਼ਾਹ ਜੀ ਸੁਣਨਗੇ ਤੇ ਬੜਾ ਆਨੰਦ ਧਾਰਨਗੇ, ਆਪਾਂ ਨੂੰ ਖੁਸ਼ੀਆਂ ਦੇਵਣਗੇ। ਹਮ ਪਰ ਖੁਸ਼ੀ ਆਪਣੀ ਕਰੈ। ਤੇ ਆਪਣੀ ਖੁਸ਼ੀ ਕੀਰਤਨ ਸਾਡਾ ਸੁਣ ਕੇ ਸਾਡੇ ਤੇ ਡਾਢੀ ਕਰਨਗੇ ਜੀ। ਇਮ ਵਿਚਾਰ ਕਰ ਗਾਵਨ ਲਾਗੇ। ਏਦਾਂ ਨਾ ਵਿਚਾਰ ਕਰਕੇ ਤੇ ਉਹ ਰਾਗੀਆਂ ਨੇ ਆਪਣੇ ਸਾਜ਼ ਸ਼ੁਰੂ ਕੀਤੇ, ਆਰੰਭਤਾ ਕਰ ਦਿੱਤੀ ਤੇ ਕੀਰਤਨ ਗਾਉਣਾ ਇਹਨਾਂ ਸਿੱਖਾਂ ਨੇ ਉੱਚੀ ਆਵਾਜ਼ ਵਿੱਚ। ਮਹਾਰਾਜ ਤਾਂ ਬਰਾਜੇ ਹੋਏ ਆ, ਕੀਰਤਨ ਸ਼ੁਰੂ ਕਰ ਦਿੱਤਾ ਹੈ। ਸੁਰ ਸੁੰਦਰ ਤੇ ਉਰ ਅਨੁਰਾਗੇ। ਜਦੋਂ ਅਲਾਪ ਲਾਏ ਨਾ ਬਹੁਤ ਪ੍ਰੇਮ ਦੇ ਨਾਲ, ਹਿਰਦੇ ਕਰਕੇ ਪ੍ਰੇਮ ਸੀ ਤੇ ਬੜਾ ਉੱਚੀ ਰਾਗ ਲਾਇਆ ਤੇ ਕੀਰਤਨ ਆਰੰਭ ਕਰ ਦਿੱਤਾ ਹੈ। ਸੁਣ ਬਾਣੀ ਪੁਨ ਸਤਿਗੁਰ ਜਾਗੇ। ਜਦੋਂ ਗੁਰਬਾਣੀ ਦਾ ਕੀਰਤਨ ਆਰੰਭ ਹੋ ਗਿਆ, ਇੱਕੋ ਵਾਰੀ ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਸਤਿਗੁਰੂ ਹਰਿ ਰਾਇ ਸਾਹਿਬ ਜੀ ਜਾਗ ਗਏ, ਮਹਾਰਾਜ ਦੇ ਨੇਤਰ ਖੁੱਲ ਗਏ ਹੈ। ਕਰੀ ਸ਼ੀਘਰਤਾ ਸਹਿਜਾ ਤਿਆਗੇ। ਮਹਾਰਾਜ ਇੱਦਾਂ ਜਦੋਂ ਕੀਰਤਨ ਸੁਣਿਆ ਤੇ ਅੱਖ ਖੁੱਲੀ ਵੀ, ਇਹ ਤਾਂ ਰਾਗੀ ਕੀਰਤਨ ਕਰਦੇ। ਤੇ ਜਦੇ ਹੀ ਮਹਾਰਾਜ ਉੱਠ ਕੇ ਉਹ ਜਿਹੜਾ ਉੱਤੇ ਚਾਦਰਾ ਜਿਹਾ ਸੀ ਉੱਪਰਾਂ ਮਾਰਿਆ ਚਲਾ ਕੇ ਤੇ ਦਵਾ ਦਵ ਹੱਲੇ ਨਾਲ ਮਹਾਰਾਜ ਭੋਇੰ ਤੇ ਬੈਠ ਗਏ ਹੈ। ਹਰ ਬਰਾਏ ਜਬ ਨਿੰਦਰਾ ਤਿਆਗੀ। ਜਦੋਂ ਨੀਂਦ ਤਿਆਗੀ ਮਹਾਰਾਜ ਨੇ ਤੇ ਉਹ ਹਰਬਲਾ ਗਏ, ਭਾਵ ਇੱਕੋ ਵਾਰੀ ਕੀਰਤਨ ਦੀ ਧੁਨ ਕੰਨ 'ਚ ਪਈ ਮਹਾਰਾਜ ਤੇ ਇੱਕੋ ਵਾਰੀ ਜਦੋਂ ਛਾਲ ਮਾਰ ਕੇ ਨਾ ਆਪਣੇ ਆਸਣ ਤੋਂ ਹੱਲੇ ਨਾਲ ਤੇਜ਼ੀ ਨਾਲ ਉੱਠੇ ਹੈ। ਪਾਟੀ ਚੋਟ ਗੋਡ ਪਰ ਲਾਗੀ। ਤੇ ਜਿਹੜਾ ਕੋ ਪਲੰਘੇ ਦੀ ਬਾਹੀ ਸੀ ਨਾ ਉਹ ਮਹਾਰਾਜ ਦੇ ਗੋਡੇ ਤੇ ਵੱਜ ਗਈ, ਜਿਵੇਂ ਪਾਵਾ ਵੱਜ ਜਾਣਾ, ਗੁੱਠ ਜੀ ਵੱਜੀ ਤੇ ਮਹਾਰਾਜ ਦੇ ਗੋਡੇ ਤੇ ਕਾਫੀ ਪਾੜ ਪੈ ਗਿਆ, ਜ਼ਖਮ ਹੋ ਗਿਆ ਹੈ। ਤਦ ਪਰਯੰਕ ਕੋ ਉਠੇ ਕਿਰਪਾਲਾ। ਤੇ ਇਦਾਂ ਛੇਤੀ ਪਲੰਘਾ ਛੱਡ ਕੇ ਤੇ ਮਹਾਰਾਜ ਛੇਤੀ ਛੇਤੀ ਉੱਠ ਕੇ ਤੇ ਭੋਇੰ ਤੇ ਬੈਠ ਗਏ ਹਨ। ਜਾਨੂ ਲਗਿਓ ਉਤਰ ਬੇਹ ਕਾਲਾ। ਤੇ ਜਦੋਂ ਮਹਾਰਾਜ ਉੱਠੇ, ਉਹ ਜਦੋਂ ਕਾਹਲੀ ਕੀਤੀ ਸੱਚੇ ਪਾਤਸ਼ਾਹ ਦਾ ਜਿਹੜਾ ਗੋਡਾ ਸੀ ਸਾਧ ਸੰਗਤ ਜੀ, ਉਹ ਫਿਰ ਉਤਰਨ ਲੱਗਿਆ ਉਹ ਵੱਜਿਆ ਕਹਿ ਲਓ ਬਾਹੀ ਨਾਲ ਜਾਂ ਕਿਤੇ ਗੁੱਠ ਨਾਲ, ਪਲੰਘੇ ਦੀ ਨਾਲ, ਤੇ ਉਹ ਕਾਫੀ ਪਾੜ ਪੈ ਗਿਆ, ਵੱਡਾ ਜ਼ਖਮ ਹੋ ਗਿਆ ਹੈ। ਪਾਟੀ ਚੋਟ ਸੁਦਾਸਨ ਹੇਰੀ। ਤੇ ਖੂਨ ਨਿਕਲਦਾ, ਮਹਾਰਾਜ ਦੇ ਗੋਡੇ ਚੋਂ ਤਤੀਰੀ ਵਹਿ ਪਈ। ਉਹ ਸਾਰਿਆਂ ਦਾਸਾਂ ਨੇ ਤੇ ਉਹ ਰਾਗੀ ਸਿੱਖਾਂ ਨੇ ਵੀ ਮਹਾਰਾਜ ਦੇ ਚੋਟ ਲੱਗੀ ਵੇਖੀ ਹੈ। ਕਰ ਧਰ ਮਰਦਨ ਕੀਨ ਕਨੇਰੀ। ਤੇ ਏਦਾਂ ਉਹ ਫਿਰ ਹੱਲੇ ਨਾਲੋਂ ਮਾਲਿਸ਼ ਕਰਨ ਲੱਗ ਪਏ ਜਿੰਨੇ ਸਿੱਖ ਸੀਗੇ, ਉਹ ਵੀ ਗੋਡਾ ਵੱਜਿਆ ਕਰਕੇ ਮਰਨ ਨੂੰ ਚੋਟ ਲੱਗੀ ਕਰਕੇ ਤੇ ਉਹ ਏਦਾਂ ਬਹੁਤ ਮਾਲਿਸ਼ ਜੀ ਨੂੰ ਕਰਨ ਲੱਗ ਪਏ, ਮਲਣ ਲੱਗ ਪਏ ਹੈ। ਪੁਨ ਕਰ ਜੋਰੇ ਪੁੱਛਣ ਲੱਗੇ। ਏਦਾਂ ਫਿਰ ਉਹ ਖੂਨ ਜਿਹਾ ਬੰਦ ਕੀਤਾ, ਫਿਰ ਹੱਥ ਜੋੜ ਲਏ ਸਿੱਖਾਂ ਨੇ ਵੀ ਤੇ ਉਹ ਰਾਗੀ ਸਿੱਖਾਂ ਨੇ ਵੀ, ਤੇ ਮਹਾਰਾਜ ਨੂੰ ਹੱਥ ਜੋੜ ਕੇ ਪੁੱਛਣ ਲੱਗ ਪਏ ਹਨ, ਸ੍ਰੀ ਸਤਿਗੁਰੂ ਤੁਮ ਕਿਸ ਬਿਦ ਜਾਗੇ। ਮਹਾਰਾਜ ਤੁਸੀਂ ਇੰਨੀ ਕਾਹਲੀ ਵਿੱਚ ਤੇ ਇੰਨੇ ਹੱਲੇ ਜੇ ਨਾਲ ਕਿਉਂ ਉੱਠੇ ਹੋ, ਇੰਨੀ ਛੇਤੀ ਨਾਲ ਕਿਉਂ ਜਾਗੇ। ਕੀਰਤਨ ਸੁਣ ਕੇ ਵੀ ਲੰਮੇ ਪਏ ਸੀ, ਪਏ ਰਹਿੰਦੇ ਮਹਾਰਾਜ। ਚਲੋ ਜੇ ਜਾਗ ਗਏ ਸੀ ਤਾਂ ਆਸਣ ਛੱਡਣ ਦੀ ਕੀ ਲੋੜ ਸੀ, ਬਰਾਜੇ ਹੋਏ ਸੁੱਤੇ ਹੋਏ ਤੁਸੀਂ ਗੁਰਬਾਣੀ ਸੁਣ ਲੈਂਦੇ ਜੀ। ਬਚਨ ਆਪ ਕੇ ਸ਼ਬਦ ਬਣੇ ਹੈ। ਵੀ ਕਿਉਂਕਿ ਮਹਾਰਾਜ ਵੀ ਅਸੀਂ ਜਾਣਦੇ ਤੁਸੀਂ ਸਤਿਕਾਰ ਕੀਤਾ ਬਾਣੀ ਦਾ, ਭੋਇੰ ਤੇ ਬਹਿ ਗਏ ਆਸਣ ਛੱਡ ਕੇ ਕੀਰਤਨ ਹੁੰਦਾ ਵੇਖ ਕੇ, ਜਾਂ ਆਸਣ ਛੱਡ ਦਿੱਤਾ ਉੱਚਾ। ਪਾਤਸ਼ਾਹ ਜੀ ਵੀ ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਆਪ ਜੀ ਨੂੰ ਮਹਾਰਾਜ ਵੀ ਤੁਹਾਨੂੰ ਕੀ ਲੋੜ ਪਈ ਸੀ, ਕਿਉਂਕਿ ਗੁਰਬਾਣੀ ਤੁਸੀਂ ਤੇ ਗੁਰਬਾਣੀ 'ਚ ਫਰਕ ਥੋੜ੍ਹਾ ਕੋਈ, ਤੁਸੀਂ ਗੁਰਬਾਣੀ ਰੂਪ ਹੋ, ਬਾਣੀ ਗੁਰੂ, ਗੁਰੂ ਹੈ ਬਾਣੀ, ਤੇ ਤੁਹਾਡੇ ਮੁੱਖੋਂ ਜਿਹੜੇ ਬਚਨ ਨਿਕਲੇ ਉਹੀ ਤਾਂ ਅਸੀਂ ਗਾ ਰਹੇ ਹਾਂ। ਵੀ ਬਾਣੀ ਨੂੰ ਤੁਸੀਂ ਪੈਦਾ ਕਰਨ ਵਾਲੇ ਹੋ, ਤੁਹਾਡੇ ਮੁੱਖੋਂ ਨਿਕਲੀ ਬਾਣੀ ਨੂੰ ਮਹਾਰਾਜ ਅਸੀਂ ਗਾ ਰਹੇ ਹਾਂ ਜੀ। ਨਰ ਤਾਰਨ ਹਿਤ ਸੁਖਦ ਭਨੀ ਹੈ। ਜਿਹੜੇ ਸ਼ਬਦ ਤੁਸੀਂ ਮਹਾਰਾਜ ਪਿਛਲੇ ਜਾਮਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੱਕ ਸੰਸਾਰ ਦੀ ਕਲਿਆਣ ਕਰਨ ਵਾਸਤੇ
ਸੁਖ ਦੇਣ ਵਾਲੇ ਸ਼ਬਦ ਆਖੇ ਆ, ਉਹੀ ਸ਼ਬਦ ਤੁਹਾਡੇ ਮੂੰਹ ਚੋਂ ਨਿਕਲੇ। ਤੁਸੀਂ ਬਾਣੀ ਦਾ ਮੁਜੱਸਮਾ ਹੋ, ਤੁਹਾਡੇ ਮੁਖੋਂ ਨਿਕਲੇ ਸ਼ਬਦ ਹੀ ਅਸੀਂ ਗਾ ਰਹੇ ਸਾਂ ਜੀ। ਸੰਕਨ ਕਿਸ ਕੀ ਰਾਬਰ ਤੇ ਧਰੀ, ਤੁਸੀਂ ਮਹਾਰਾਜ ਇਹ ਸ਼ੰਕਾ ਮਨ ਚ ਕਿਉਂ ਧਰੀ? ਭਾਵ ਤੁਸੀਂ ਬੜਾ ਸਤਿਕਾਰ ਕਰਨ ਵਾਸਤੇ ਇੰਨੀ ਛੇਤੀ ਮਹਾਰਾਜ ਉੱਠੇ ਹੋ ਜੀ। ਕਾਜ ਕਵਨ ਸ਼ੀਘ੍ਰ ਦਾਹ ਕਰੀ, ਪਾਤਸ਼ਾਹ ਜੀ ਕਿਹੜਾ ਕਾਰਜ ਪੈ ਗਿਆ ਐਸਾ ਜਿਹਦੇ ਨਾਲ ਮਹਾਰਾਜ ਆਪ ਜੀ ਬਹੁਤੀ ਤੇਜ਼ੀ ਕੀਤੀ, ਇੰਨੀ ਛੇਤੀ ਆਪ ਜੀ ਉੱਠੇ ਹੋ? ਹਰ ਬਰਾਏ ਅਬ ਐਸੇ ਤੇ ਜਾਗੇ, ਐਸੇ ਛੇਤੀ ਕਰਦਿਆਂ ਹਰਬੜਾ ਕੇ ਤੁਸੀਂ ਮਹਾਰਾਜ ਹੱਲੇ ਨਾਲ ਏਦਾਂ ਉੱਠੇ ਹੋ ਆਸਣ ਤੋਂ। ਪਾਟੀ ਚੋਟ ਗੋਡ ਮਹਿ ਤੇ ਲਾਗੇ, ਗੋਡੇ ਦੇ ਉੱਪਰ ਤੁਹਾਡੇ ਚੋਟ ਲੱਗ ਗਈ ਹੈ। ਪਾਟੀ ਨਾਮ ਬਾਈ ਦਾ, ਬਾਈ ਜਾਂ ਪਾਵਾ ਵੱਜਿਆ ਤੇ ਤੁਹਾਡੇ ਗੋਡੇ ਤੇ ਕਿੱਡਾ ਭਾਰੀ ਚੋਟ ਜ਼ਖਮ ਹੋ ਗਿਆ ਹੈ। ਕੀ ਲੋੜ ਸੀ ਮਹਾਰਾਜ ਏਡੀ ਛੇਤੀ ਉੱਠਣ ਦੀ ਜੀ? ਸੁਨ ਕਰ ਸ੍ਰੀ ਹਰਿ ਰਾਏ ਉਚਾਰੇ, ਜਦੋਂ ਇਹ ਰਾਗੀ ਸਿੱਖਾਂ ਪੁੱਛਿਆ ਵੀ ਮਹਾਰਾਜ ਤੁਹਾਡਾ ਹੀ ਰੂਪ ਬਾਣੀ ਤੇ ਤੁਸੀਂ ਇਦਾਂ ਕਿਉਂ ਕੀਤਾ? ਤੁਹਾਡੇ ਮੁਖੋਂ ਨਿਕਲੀ ਬਾਣੀ ਹੈ, ਤੁਹਾਨੂੰ ਕੀ ਲੋੜ ਪਈ ਸਤਿਕਾਰ ਕਰਨ ਦੀ? ਸੁਣ ਕੇ ਸਿੱਖਾਂ ਤੋਂ ਮਹਾਰਾਜ ਜੀ ਮੁਖੋਂ ਬੋਲੇ ਆ, ਸੁਨਹੁ ਸਿੱਖ ਤੁਮ ਹੋ ਮਮ ਪਿਆਰੇ, ਸਿੱਖਾਂ ਨੂੰ ਮਹਾਰਾਜ ਕਹਿੰਦੇ ਵੀ ਸਿੱਖੋ, ਗੁਰਮੁਖੋ ਵੇਖੋ ਤੁਸੀਂ ਸਿੱਖ ਜਿਹੜੇ ਹੋ ਸਾਨੂੰ ਜਾਣ ਤੋਂ ਪਿਆਰੇ ਹੋ। ਸੁਨ ਗੁਰ ਗੁਰ ਅਨਪੈ ਵਿੱਚ ਬਾਣੀ ਰੂਪ, ਤੇ ਜਿਹੜੀ ਗੁਰਬਾਣੀ ਹੈ ਉਹ ਗੁਰਬਾਣੀ ਦੇ ਵਿੱਚ ਜਿਹੜਾ ਗੁਰੂ ਕਾ ਪਿੱਛੇ ਜਿਹੜਾ ਹੈ ਸੀ ਨਾ ਅਨੁਭਵ, ਉਹੀ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਸਾਹਿਬ ਤੱਕ ਵੀ ਪਾਤਸ਼ਾਹ ਨੇ ਉਹੀ ਗੁਰਬਾਣੀ ਚ ਕਿਹਾ ਜਿਹੜਾ ਉਹਨਾਂ ਦਾ ਆਪਦਾ ਅਨੁਭਵ ਸੀ। ਇਸ ਕਰਕੇ ਬਾਣੀ ਅਨੁਭਵ ਰੂਪ ਹੋ ਕਰਕੇ ਮਹਾਰਾਜ ਦਾ ਅਨੁਭਵ ਬਾਣੀ ਰੂਪ ਹੋ ਕਰਕੇ ਬਾਹਰ ਨਿਕਲਿਆ। ਇਸ ਕਰਕੇ ਉਹ ਬਾਣੀ ਵੀ ਭਾਵੇਂ ਇਹ ਬਾਣੀ ਵੀ ਗੁਰੂ ਕੀ ਗੁਰੂ ਰੂਪ ਹੈ। ਯਾ ਕੀ ਮਹਿਮਾ ਅਮਿਤ ਅਨੂਪ, ਤੇ ਗੁਰੂ ਕੀ ਬਾਣੀ ਦੀ ਮਹਿਮਾ ਕੀ ਕਹੀਏ? ਗੁਰੂ ਕੀ ਬਾਣੀ ਦੀ ਮਹਿਮਾ ਅਮਿਤ ਹੈ, ਕੋਈ ਮਿਣਤੀ ਨਹੀਂ। ਤੇ ਉਪਮਾ ਇਹਦੀ ਕਿੰਨੀ ਕਰੀਏ? ਅਨੂਪਮ ਹੈ, ਉਪਮਾ ਤੋਂ ਰਹਿਤ ਹੈ। ਭਵ ਅਗਨੀ ਸਾਗਰ ਕਹੋ ਤਰਨੀ, ਜਿਹੜਾ ਸੰਸਾਰ ਸਮੁੰਦਰ ਬਣਿਆ ਹੋਇਆ ਅੱਗ ਦਾ, ਸੰਸਾਰ ਅੱਗ ਰੂਪੀ ਸੰਸਾਰ ਸਮੁੰਦਰ ਤੋਂ ਜਾਂ ਇਸ ਅੱਗ ਦੇ ਬਣੇ ਬੱਤਰੇ ਸਮੁੰਦਰ ਤੋਂ ਪਾਰ ਤਰਨ ਵਾਸਤੇ ਗੁਰੂ ਕੀ ਬਾਣੀ ਬੇੜੇ ਵਰਗੀ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਇਹ ਸੰਸਾਰ ਸਮੁੰਦਰ ਤੋਂ ਅੱਗ ਦੇ ਭਰੇ ਹੋਏ ਤੋਂ ਵਿਸ਼ੇ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲਾਉਣ ਵਾਲੀ ਬੇੜੀ ਹੈ ਗੁਰੂ ਕੀ ਬਾਣੀ। ਸਤਿਗੁਰ ਸਿੱਖਨ ਕੋ ਸੁਖ ਕਰਨੀ, ਤੇ ਗੁਰੂ ਕਿਆ ਨੇ? ਸਤਿਗੁਰਾਂ ਨੇ ਸਿੱਖਾਂ ਨੂੰ ਸੁਖ ਕਰਨ ਵਾਲੀ, ਸੁਖ ਦੇ ਪੈਦਾ ਕਰਨ ਵਾਲੀ ਗੁਰਬਾਣੀ ਦੀ ਦਾਤ ਬਖਸ਼ੀ ਹੈ ਜੀ। ਪਾਠ ਕਰਦਾ ਵਿਕਾਰਨ ਹਰਨੀ, ਤੇ ਏਦਾਂ ਜਿਹੜਾ ਪਾਠ ਕਰਦਾ ਨਾ ਗੁਰਬਾਣੀ ਦਾ, ਉਹਦੇ ਅੰਦਰਲੇ ਵਿਸ਼ੇ ਵਿਕਾਰਾਂ ਨੂੰ ਹਰਨੀ ਨਾਸ਼ ਕਰਦੀ ਹੈ ਗੁਰੂ ਕੀ ਬਾਣੀ। ਵਿਸ਼ੇ ਵਿਕਾਰਾਂ ਨੂੰ ਪਾਠ ਕਰਨ ਵਾਲੇ ਗੁਰਮੁਖਾਂ ਦੇ ਹਿਰਦੇ ਨੂੰ ਸੁੱਧ ਕਰ ਦਿੰਦੀ ਹੈ, ਵਿਸ਼ੇ ਨਾਸ਼ ਕਰਦੀ ਹੈ। ਹਰਨੀ ਤ੍ਰਿਸ਼ਨਾ ਸਿੰਘਨ ਬਰਨੀ, ਤੇ ਏਦਾਂ ਫਿਰ ਜਿਹੜੀ ਤ੍ਰਿਸ਼ਨਾ ਹੈ, ਤ੍ਰਿਸ਼ਨਾ ਰੂਪੀ ਹਰਨੀ ਨੂੰ ਇਹ ਸਿੰਘਣ ਕਹੇ ਸ਼ੇਰ ਵਰਣਨ ਕੀਤੀ ਜਾਂਦੀ ਵੀ ਜਿਵੇਂ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਤੀਰ ਧਰੋਆ, ਸ਼ੇਰ ਦੇ ਅੱਗੇ ਹਰਨ ਨਹੀਂ ਨਾ ਟਿਕਦੇ, ਦੌੜ ਜਾਂਦੇ ਹੈ। ਇਸ ਤਰ੍ਹਾਂ ਤ੍ਰਿਸ਼ਨਾ ਹਰਨੀ ਹੈ ਤੇ ਗੁਰੂ ਕੀ ਬਾਣੀ ਸ਼ੇਰ ਹੈ। ਤੇ ਜਿੱਥੇ ਬਾਣੀ ਪੜ੍ਹੀ ਜਾਂਦੀ ਹੈ ਉਹਨਾਂ ਹਿਰਦਿਆਂ ਦੇ ਵਿੱਚੋਂ ਫਿਰ ਤ੍ਰਿਸ਼ਨਾ ਰੂਪੀ ਹਰਨੀ ਜਿਹੜੀ ਹੈ ਉਹ ਨਾਸ਼ ਹੋ ਜਾਂਦੀ, ਭੱਜ ਦੌੜ ਜਾਂਦੀ ਹੈ। ਬਰਨੀ ਗੁਰ ਦੁਖ ਤਰ ਕੋ ਕਰਨੀ, ਤੇ ਇਹ ਜਿਹੜੀ ਹੈ ਗੁਰੂ ਕੀ ਬਾਣੀ ਇਹ ਇੱਦਾਂ ਵਰਨੀ, ਗੁਰੂ ਕਿਆ ਨੇ ਵਰਨੀ ਵੀ ਜਿਹੜਾ ਦੁੱਖ ਰੂਪੀ ਤਰ ਰੁੱਖ ਹੈ ਉਹਨੂੰ ਪੱਟਣ ਵਾਸਤੇ ਗੁਰੂ ਕੀ ਜਿਹੜੀ ਬਰਨੀ ਨਾਮ ਬਾਣੀ ਦਾ, ਗੁਰੂ ਕੀ ਬਰਨੀ ਕਹੀਏ ਬਾਣੀ ਦੁੱਖ ਰੂਪੀ ਤਰ ਰੁੱਖ ਪੱਟਣ ਵਾਸਤੇ ਕਰਨੀ ਹੱਥਨੀ ਹੈ। ਜਿਵੇਂ ਉਹ ਛੋਟਾ ਜਿਹਾ ਰੁੱਖ ਹੋਵੇ ਉਹਦੇ ਨਾਲ ਹਾਥੀ ਬੰਨ੍ਹ ਦਿਓ, ਜਾਂ ਹੱਥ ਨਹੀਂ ਬੰਨ੍ਹਦੇ ਉਹ ਸੁੰਡ ਨਾਲ ਹੀ ਪੱਟ ਕੇ ਲੈ ਆਉਂਦੀ, ਉਹ ਟਿਕਦਾ ਨਹੀਂ ਛੋਟਾ ਮੋਟਾ ਰੁੱਖ। ਕੋਈ ਵੱਡਾ ਬੋਹੜ ਹੋਵੇ ਤੇ ਉਹਦੇ ਨਾਲ ਹਾਥੀ ਬੰਨ੍ਹਿਆ ਜਾਂਦਾ, ਨੇ ਤਾਂ ਮਾੜੇ ਮੋਟੇ ਰੁੱਖ ਨੂੰ ਤਾਂ ਉੱਦਾਂ ਹੀ ਪੱਟ ਕੇ ਲੈ ਜਾਂਦਾ। ਕਹਿੰਦੇ ਜਿਵੇਂ ਨਿੱਕੇ ਮੋਟੇ ਰੁੱਖਾਂ ਨੂੰ ਪੱਟ ਲੈਂਦਾ ਨਾ ਹਾਥੀ ਜਾਂ ਹੱਥਨੀ, ਇੱਦਾਂ ਗੁਰੂ ਕੀ ਬਾਣੀ ਹਾਥੀ ਵਰਗੀ ਹੈ ਤੇ ਦੁੱਖਾਂ ਰੂਪੀ ਰੁੱਖ ਨੂੰ ਪੱਟ ਕੇ ਲਈ ਜਾਂਦੀ ਹੈ। ਕੋਈ ਨਹੀਂ ਟਿਕਦਾ ਮਹਾਰਾਜ ਦੀ ਬਾਣੀ ਅੱਗੇ। ਕਰਨੀ ਗਿਆਨ ਅਗਨ ਕੋ ਹਰਨੀ, ਤੇ ਗਿਆਨ ਰੂਪੀ ਅੱਗ ਨੂੰ ਤੁਹਾਡੇ ਹਿਰਦੇ ਵਿੱਚ ਪ੍ਰਗਟ ਕਰਨ ਵਾਸਤੇ ਅਰਨੀ ਹੈ। ਅਰਨੀ ਇੱਕ ਉਹ ਸੰਦ ਹੁੰਦਾ ਸੀ ਪਹਿਲੇ ਪੁਰਾਣੇ ਸਮਿਆਂ 'ਚ ਵੀ ਜਦੋਂ ਜਿਹੜਾ ਜੱਗ ਕਰਦੇ ਆ ਨਾ, ਤੇ ਜੱਗ ਵਿੱਚ ਜਿਹੜੀ ਆ ਚੁੱਲ੍ਹੇ ਦੀ ਅੱਗ ਨਹੀਂ ਸੀ ਬਾਲਦੇ, ਵੀ ਜਿਵੇਂ ਆ ਚੁੱਲ੍ਹਿਆਂ ਦੀ ਅੱਗ ਅੱਗੇ ਡੱਬੀਆਂ ਤਾਂ ਹੋਣਾ ਹੀ ਆ ਨਾ, ਜਿਵੇਂ ਚੁੱਲ੍ਹਿਆਂ 'ਚ ਬਲਦੀ ਅੱਗ ਹੁੰਦੀ ਸੀ ਉਹਨੂੰ ਜੂਠੀ ਗਿਣਦੇ ਸੀਗੇ ਬ੍ਰਾਹਮਣ ਲੋਕ। ਤੇ ਚੁੱਲ੍ਹੇ ਦੀ ਅੱਗ ਨਾਲ ਜੱਗ ਨਹੀਂ ਸੀ ਕਰਦੇ, ਉਹ ਅੱਗ ਆਪਦੀ ਪ੍ਰਗਟ ਕਰਦੇ ਸੀ। ਉਹ ਪ੍ਰਗਟ ਐਂ ਕਰਦੇ ਸੀ ਵੀ ਇੱਕ
ਲੱਕੜ ਹੁੰਦੀ ਸੀ, ਜਿਵੇਂ ਜਿਹਨੂੰ ਬਹੁਤ ਛੇਤੀ ਅੱਗ ਪਵੇ, ਵਾਂਸ ਹੋਇਆ ਇਹੋ ਜਿਹੀ ਲੱਕੜ, ਅਤੇ ਉਹ ਲੱਕੜ ਦੇ ਵਿੱਚ ਛੇਕ ਕੱਢ ਲੈਣਾ। ਛੇਕ ਕੱਢ ਕੇ ਗੋਲ, ਅਤੇ ਇੱਕ ਉਹਦੇ ਨਾਲ ਦੀ ਡਾਂਗ ਜੀ ਜਿਹੜੀ ਛੇਕ ਵਿੱਚ ਐਨ ਪੂਰੀ ਪੂਰੀ ਆਵੇ, ਉਹਨੂੰ ਥੋੜ੍ਹੇ ਥੋੜ੍ਹੇ ਚੀਰੇ ਲਾ ਕੇ ਅਤੇ ਉਹਦੇ ਵਿੱਚ ਫਸਾ ਕੇ, ਅਤੇ ਜਿਵੇਂ ਨੇਤਰਾ ਪਾਈਦਾ ਮਧਾਣੀ ਨੂੰ, ਉਹਨੂੰ ਰਿੜਕੀ ਜਾਣਾ ਰਿੜਕੀ ਜਾਣਾ। ਜਦੋਂ ਗਰਮ ਹੋ ਜਾਣ ਨਾਲ ਨਾਲ ਰੂੰ ਰੱਖ ਦੇਣੀ, ਕੱਖ ਰੱਖ ਦੇਣੇ, ਉਹ ਘੁਮਾਈ ਜਾਣਾ, ਰਿੜਕੀ ਜਾਣਾ। ਰਿੜਕ ਰਿੜਕ ਕੇ ਜਦੋਂ ਲੱਕੜ ਘਸਣੀ ਇੱਕ ਦੂਜੀ ਦੇ ਨਾਲ, ਉਹਦੇ ਵਿੱਚ ਪਾਈ ਹੁੰਦੀ ਸੀ ਛੇਕ 'ਚ ਲੱਕੜ, ਅਤੇ ਉਹ ਜਿਵੇਂ ਵਰਮਾ ਮਾਰੀਦਾ, ਇਵੇਂ ਜਦੋਂ ਘੁਮਾਈ ਜਾਣੀ ਅਤੇ ਉਹਦੇ ਨਾਲ ਵਿੱਚੋਂ ਅੱਗ ਪ੍ਰਗਟ ਹੋ ਜਾਣੀ ਅਤੇ ਰੂੰ ਨੂੰ ਲੱਗ ਜਾਣੀ। ਪਹਿਲਾਂ ਉੱਥੋਂ ਨਿੱਕੇ ਕੱਖਾਂ ਨੂੰ ਫਿਰ ਹੌਲੀ ਹੌਲੀ ਇਹਨਾਂ ਨੇ ਉਹਦੇ ਨਾਲ ਜੱਗ ਕਰਦੇ ਸੀ। ਚੁੱਲ੍ਹੇ ਦੀ ਅੱਗ ਨਹੀਂ ਸੀ ਵਰਤਦੇ ਜੱਗਾਂ ਦੇ ਵਿੱਚ, ਇਸ ਕਰਕੇ ਉਹ ਤਾਂ ਅਰਨੀ, ਉਹਨੂੰ ਕਹਿੰਦੇ ਅਰਨੀ, ਜਿਹੜਾ ਉਹ ਥੱਲੇ ਲੱਕੜ ਉਹਦੇ ਵਿੱਚ ਛੇਕ ਕੱਢ ਕੇ ਉਹਦੀ ਅੱਗ ਬਾਲਦੇ ਨਾ, ਉਹ ਸਾਰੇ ਸੰਦ ਨੂੰ ਅਰਨੀ ਕਹਿੰਦੇ। ਤਾਂ ਉਹ ਕਵੀ ਰਾਜ ਮਹਾਰਾਜ ਸੱਚੇ ਪਾਤਸ਼ਾਹ ਰਾਗੀਆਂ ਨੂੰ ਕਹਿੰਦੇ, ਭਾਈ ਰਾਗੀ ਸਿੱਖੋ, ਜਿਵੇਂ ਉਹ ਅਰਨੀ ਨਾਲ ਅੱਗ ਪ੍ਰਗਟ ਕਰੀ ਦੀ ਨਾ, ਇੱਦਾਂ ਗੁਰੂ ਕੀ ਬਾਣੀ ਗਿਆਨ ਦੇ ਪ੍ਰਗਟ ਕਰ ਦੇਣ ਵਾਲੀ ਹੈ। ਇਹਦੇ ਨਾਲ ਰਿੜਕਣ ਨਾਲ ਵੀ, ਜਿਵੇਂ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ, ਜਿਹੜਾ ਬਾਣੀ ਸੁਣਦਾ, ਸੁਣ ਕੇ ਉਪਦੇਸ਼ ਮੰਨਦਾ, ਮੰਨ ਕੇ ਉਹਦਾ ਨਿਧਾਸਨ ਕਰਦਾ। ਨਿਧਾਸਨ ਕਰਨਾ ਰਿੜਕਣਾ, ਅਤੇ ਇੱਦਾਂ ਉਹ ਰਿੜਕ ਰਿੜਕ ਕੇ ਫਿਰ ਅੰਦਰ ਬ੍ਰਹਮ ਗਿਆਨ ਰੂਪੀ ਅੱਗ ਪੈਦਾ ਹੋ ਜਾਂਦੀ ਹੈ। ਇਹ ਗਿਆਨ ਬ੍ਰਹਮ ਗਿਆਨ ਦੀ ਅਗਨ ਪੈਦਾ ਕਰਨ ਵਾਲੀ ਅਰਨੀ ਜਾਣ ਨਾ ਕਰੋ ਗੁਰੂ ਕੀ ਬਾਣੀ ਜੋ ਸਿੱਖ ਗੁਰ ਬਾਣੀ ਭੈ ਕਰੈ। ਜਿਹੜਾ ਗੁਰੂ ਕਾ ਸਿੱਖ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਭੈ ਰੱਖਦਾ ਹੈ, ਅਦਬ ਤੇ ਸਤਿਕਾਰ ਕਰਦਾ ਹੈ, ਬਿਨ ਪ੍ਰਯਾਸ ਭਵ ਸਾਗਰ ਤਰੈ। ਤੇ ਉਹ ਬਿਨਾਂ ਉਹਨੂੰ ਕੋਈ ਪ੍ਰਯਾਸ ਕਰਨ ਦੀ ਲੋੜ ਨਹੀਂ, ਕੋਈ ਜਲ ਧਾਰੇ ਨਾ ਕਰੇ, ਕੋਈ ਤਪ ਕਰਨ ਦੀ ਲੋੜ ਨਹੀਂ, ਕੋਈ ਉਹਨੂੰ ਬਹੁਤ ਘਾਲਣ ਦੀ ਲੋੜ ਨਹੀਂ। ਇਕੱਲਾ ਗੁਰਬਾਣੀ ਦਾ ਸਤਿਕਾਰ ਹੀ ਕਰੀ ਜਾਵੇ ਅਤੇ ਸਤਿਗੁਰਾਂ ਦੀ ਬਾਣੀ ਦੇ ਸਤਿਕਾਰ ਦੇ ਨਾਲ ਹੀ ਉਹ ਸੰਸਾਰ ਤੋਂ ਮੁਕਤ ਹੋ ਜਾਂਦਾ ਹੈ। ਇਹ ਸੰਸਾਰ ਸਮੁੰਦਰ ਨੂੰ ਪਾਰ ਕਰ ਜਾਂਦਾ ਹੈ। ਗੁਰਬਾਣੀ ਮਹਿਮਾ ਮਹੀਆਨੇ। ਗੁਰੂ ਕੀ ਬਾਣੀ ਦੀ ਮਹਿਮਾ ਮਹਾਰਾਜ ਕਹਿੰਦੇ ਵੱਡੀ ਤੋਂ ਵੱਡੀ ਹੈ। ਕੀ ਦੱਸੀਏ ਹੁਣ, ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ, ਵੀ ਕਿੱਡੀ ਵੱਡੀ ਬਾਣੀ ਦੀ ਵਡਿਆਈ ਹੈ, ਇਹ ਕਹਿਣ ਤੇ ਕਥਨ ਤੋਂ ਬਾਹਰੀ ਹੈ। ਜੇ ਮੇਰੇ ਯਾਦਾ ਹਮ ਨਹਿ ਠਾਨੇ। ਤੋ ਮਹਾਰਾਜ ਫਿਰ ਕਹਿੰਦੇ ਵੀ ਜੇ ਗੁਰਬਾਣੀ ਦਾ ਸਤਿਕਾਰ ਅਸੀਂ ਨਾ ਕਰਾਂਗੇ, ਵੀ ਤੁਸੀਂ ਕੀਰਤਨ ਕਰੋ ਤੇ ਅਸੀਂ ਉੱਤੇ ਬੈਠੇ ਹੋਈਏ, ਭਾਵੇਂ ਗੁਰਬਾਣੀ ਸਾਡਾ ਹੀ ਰੂਪ ਹੈ, ਅਤੇ ਜੇ ਅਸੀਂ ਗੁਰੂ ਕੀ ਬਾਣੀ ਦਾ ਅਸੀਂ ਸਤਿਕਾਰ ਨਹੀਂ ਰੱਖਾਂਗੇ, ਅਸੀਂ ਸਤਿਗੁਰਾਂ ਦੀ ਬਾਣੀ ਦੀ ਬੇਦਬੀ ਕਰਾਂਗੇ, ਤੋ ਸਿੱਖ ਭੈ ਨਾ ਕਰੈ ਗੁਹ ਕੋਈ। ਤੇ ਫਿਰ ਸਿੱਖਾਂ ਨੇ ਕੀ ਭੈ ਕਰਨਾ ਗੁਰੂ ਕੀ ਬਾਣੀ ਦਾ, ਜਦੋਂ ਅਸੀਂ ਸਤਿਕਾਰ ਨਾ ਰੱਖਾਂਗੇ। ਅਤੇ ਫਿਰ ਗਾਂਹ ਗੁਰੂ ਕੇ ਸਿੱਖ ਜਿਹੜੇ ਹੈ ਉਹ ਬਾਣੀ ਦਾ ਸਤਿਕਾਰ ਨਹੀਂ ਕਰਿਆ ਕਰਨਗੇ, ਉਹਨਾਂ ਨੇ ਵੀ ਸਾਡੇ ਵਾਂਗਰਾਂ ਜੇ ਸਾਨੂੰ ਵੇਖ ਵੇਖ ਕੇ ਤੇ ਉਹ ਮਰਿਆਦਾ ਹੋਰ ਪਾਸੇ ਤੁਰ ਪੈਣਗੇ, ਸਿੱਖ ਲੈ ਬਣਗੇ। ਬਿਨ ਭੈ ਕਰੇ ਸ਼੍ਰੇਯ ਨਹਿ ਹੋਈ। ਤੇ ਬਿਨਾਂ ਭੈ ਬਾਣੀ ਦਾ ਸਤਿਕਾਰ ਤੇ ਬਾਣੀ ਦਾ ਅਦਬ ਰੱਖੇ ਤੋਂ ਬਿਨਾਂ ਕਦੇ ਕਿਸੇ ਦੀ ਮੁਕਤੀ ਨਹੀਂ ਹੋ ਸਕਦੀ। ਕੋਈ ਮਤਾ ਸੰਤ ਬਣਿਆ ਫਿਰੇ, ਕੋਈ ਮਹਾਤਮਾ ਬਣਿਆ ਫਿਰੇ, ਉਹਦੀ ਮੁਕਤੀ ਕਲਿਆਣ ਹੋ ਹੀ ਨਹੀਂ ਸਕਦੀ ਜੇ ਉਹਨੂੰ ਬਾਣੀ ਦਾ ਸਤਿਕਾਰ ਨਹੀਂ ਕਰਨਾ ਆਉਂਦਾ। ਜੇ ਬਾਣੀ ਦਾ ਅਦਬ ਹੈ, ਬਾਣੀ ਦਾ ਸਤਿਕਾਰ ਹੈ, ਤਾਂ ਮਹਾਰਾਜ ਕਹਿੰਦੇ ਫੇਰ ਹੀ ਮੁਕਤੀ ਹੋਵੇਗੀ। ਬਾਣੀ ਦੇ ਸਤਿਕਾਰ ਤੋਂ ਬਿਨਾਂ ਮੁਕਤੀ ਹੋਣੀ ਅਸੰਭਵ ਹੈ। ਗੁਰਬਾਣੀ ਕੋ ਭੈ ਹਮ ਧਰ ਕੈ। ਇਸ ਕਰਕੇ ਅਸੀਂ ਗੁਰੂ ਕੀ ਬਾਣੀ ਦਾ, ਗੁਰੂ ਨਾਨਕ ਸਾਹਿਬ ਦੀ ਪਾਵਨ ਗੁਰਬਾਣੀ ਦਾ ਸਤਿਕਾਰ ਤੇ ਅਦਬ ਭੈ ਅਸੀਂ ਰੱਖਦੇ ਹਾਂ। ਤਜਿਓ ਪ੍ਰਯੰਕ ਸ਼ੀਘਰਤਾ ਕਰਕੇ। ਤੁਸੀਂ ਜਦੋਂ ਕੀਰਤਨ ਗਾਉਣ ਲੱਗੇ ਭੋਏ ਤੇ ਬਹਿ ਕੇ, ਤੇ ਅਸੀਂ ਹੱਲੇ ਨਾਲ ਹੀ ਉਹ ਤਖਤ ਜਿਹੜਾ ਉਹ ਛੱਡ ਦਿੱਤਾ। ਇੱਥੋਂ ਸਿੱਧ ਹੁੰਦਾ ਵੀ ਸਤਿਗੁਰਾਂ ਮਹਾਰਾਜ ਦੀ ਹਜ਼ੂਰੀ 'ਚ ਮਹਾਰਾਜ ਐਡਾ ਸਤਿਕਾਰ ਕਰਦੇ ਸੀ। ਗੁਰੂ ਹਰਿਰਾਏ ਸਾਹਿਬ ਜੀ ਵੀ ਆਪ ਤਖਤ 'ਤੇ ਬਹਿੰਦੇ, ਅਤੇ ਰਾਗੀ ਸਿੱਖ ਵੀ ਤਖਤ 'ਤੇ ਬਹਿ ਕੇ ਕੀਰਤਨ ਕਰਦੇ ਸਨ ਮਹਾਰਾਜ ਦੇ ਲਾਗੇ। ਇਹ ਸਤਿਗੁਰੂ ਇੰਨਾ ਪ੍ਰੇਮ ਸਤਿਕਾਰ ਰੱਖਦੇ ਸੀ ਗੁਰੂ ਕੀ ਬਾਣੀ ਦਾ। ਅਤੇ ਮਹਾਰਾਜ ਨੇ ਫਿਰ ਆਖਿਆ ਵੀ ਤੁਸੀਂ ਜਦੋਂ ਕੀਰਤਨ ਕਰਨ ਲੱਗੇ ਇੱਥੇ ਬਹਿ ਕੇ, ਅਤੇ ਫਿਰ ਅਸੀਂ ਸੁੱਤੇ ਰਹਿੰਦੇ ਲੰਮੀਆਂ ਤਨ ਕੇ। ਕਿੱਡੀ ਬੇਦਬੀ ਸੀ ਮਹਾਰਾਜ ਦੀ ਬਾਣੀ ਦੀ। ਇਸ ਕਰਕੇ ਜੇ ਅਸੀਂ ਨਹੀਂ ਸਤਿਕਾਰ ਰੱਖਾਂਗੇ ਤਾਂ ਕੌਣ ਰੱਖੇਗਾ। ਵੀ ਵੇਖੋ ਇਹ ਰਾਗੀ ਸਿੱਖਾਂ, ਜਿਹੜਾ ਰਾਗੀ ਕੀਰਤਨ ਗਾ ਰਹੇ ਹੈ, ਮਹਾਰਾਜ ਰਾਗੀ ਕੀਰਤਨ ਗਾਉਂਦੇ ਸਿੱਖ, ਅਤੇ ਸਤਿਕਾਰ ਕੌਣ ਕਰਦਾ ਪਿਆ? ਜਿਹੜਾ ਆਪ ਬਾਣੀ ਰੂਪ ਹੈ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ, ਜਿਨ੍ਹਾਂ ਦੇ ਮੂੰਹ 'ਚੋਂ ਬਾਣੀ ਨਿਕਲੀ ਹੈ। ਬਾਣੀ ਦਾ ਮੁਜੱਸਮਾ ਬਾਣੀ ਦੇ ਜਨਮਦਾਤੇ ਹੈ, ਉਹ ਆਪ ਸਤਿਕਾਰ ਕਰ ਰਹੇ ਹੈ ਸਤਿਗੁਰਾਂ ਦੀ ਬਾਣੀ ਦਾ, ਅਤੇ ਕੀਰਤਨ ਕਰਦੇ ਸਿੱਖਾਂ ਦੇ ਮੂੰਹੋਂ ਸੁਣ ਕੇ। ਅਤੇ ਆਪਾਂ ਵੇਖੋ ਹੁਣ ਜਦੋਂ ਕਿਤੇ ਕੀਰਤਨ ਹੁੰਦਾ ਅਤੇ ਉਦੋਂ ਉਹ ਵੇਖੀ ਦਾ ਨਾ ਪੰਡਾਲ 'ਚ ਕੁਰਸੀਆਂ ਲਾ ਲਾ ਕੇ ਜਿੰਨਾ ਮਰਜ਼ੀ ਕੋਈ ਕਹੀ ਜਾਵੇ, ਅਤੇ ਉਹ ਪੁੱਛਦੇ ਬਣ ਜੀ ਸਾਡਾ ਜੀ ਨਾ, ਹਾਲਾਂਕਿ ਪਤਾ ਵੀ ਅਸੀਂ ਨਹੀਂ ਇਸ ਗੱਲ ਦੀ, ਜਾਂ ਆਪਾਂ ਕਿਉਂ ਦੋਸ਼ੀ ਬਣੀਏ ਕਹਿ ਕੇ ਵੀ ਬਹਿ ਜਾਓ ਆਪਾਂ, ਅਤੇ ਉਹ ਫਿਰ ਪੁੱਛਣ ਆ ਜਾਂਦੇ ਜੀ ਫਿਰ ਬਹਿ ਜਾਈਏ ਇੱਥੇ ਅਸੀਂ।
ਵੀ ਹੁਣ ਵੀ ਬੁਢਾਪਾ ਹੈ ਬੜਾ ਜੀ, ਕੀ ਕਰੀਏ ਜੀ, ਸਾਰਿਆਂ 'ਤੇ ਵੀ ਜਦੋਂ ਚੰਗੇ ਪਲੇ ਸੀ ਉਦੋਂ ਕਿੰਨਾ ਕੁ ਆਪਾਂ ਇੱਥੇ ਮਹਾਰਾਜ ਦੇ ਚੌਂਕੜਾ ਲਾ ਬਹਿੰਦੇ ਹਾਂ। ਹੁਣ ਜਦੋਂ ਬੁੱਢਾ ਹੋ ਗਿਆ, ਸਰੀਰ ਰਹਿ ਗਿਆ ਅਸਲੋਂ, ਤੇ ਹੁਣ ਕਹਿੰਦੇ ਵੀ ਹੁਣ ਬਸ ਸਾਨੂੰ ਮਹਾਰਾਜ ਛੇਤੀ ਕਿਨਾਰੇ ਲਾ ਦੇ। ਵੀ ਜਿੰਨਾ ਚਿਰ ਬੁਢਾਪਾ ਨਹੀਂ ਆਇਆ ਸੀ, ਜਵਾਨੀ ਸੀ, ਉਦੋਂ ਵਿਸ਼ੇ ਵਿਕਾਰ ਭੋਗ ਛੱਡੇ ਅਤੇ ਆਨੰਦ ਮਾਣ ਛੱਡੇ। ਹੁਣ ਜਦੋਂ ਅੰਤਲਾ ਸਮਾਂ ਆ ਗਿਆ ਅਤੇ ਹੁਣ ਬਸ ਵੀ ਉੱਧਰੋਂ ਸਰੀਰ ਰਹਿ ਗਿਆ, ਰੂਹ ਦਾ ਕੰਠ ਸ਼ਬਦ ਨਹੀਂ ਉਚਰਾਵ ਕਿਆ ਕਰਹਿ ਪੁਰਾਣੀ। ਫਿਰ ਉਹ ਮਹਾਰਾਜ ਦੀ ਬਾਣੀ ਦਾ ਸਤਿਕਾਰ ਕੀ ਰਹਿ ਗਿਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਰੂਪ ਸਾਹਮਣੇ ਹੈ ਅਤੇ ਉੱਥੇ ਕੁਰਸੀ ਡਾਹ ਕੇ ਮਹਾਰਾਜ ਦੇ ਹਜ਼ੂਰੀ 'ਚ ਹੀ ਸਾਹਮਣੇ ਬੈਠੇ ਰਹਿਣਾ। ਅਤੇ ਉਹ ਜਿੰਨਾ ਮਰਜ਼ੀ, ਕਿਉਂਕਿ ਠੀਕ ਹੈ ਇਹ ਆਪਾਂ ਕਹਿ ਦਿਆਂਗੇ ਨਹੀਂ ਜੀ ਮਜਬੂਰੀ ਹੈ ਜੀ, ਸਰੀਰ ਕਰਕੇ ਇਹ ਉਹ ਹੈ, ਪਰ ਸਾਧ ਸੰਗਤ ਜੀ ਜਿਹੜੀ ਵਿਧੀ ਬਣੀ ਉਹ ਤਾਂ ਫਿਰ ਉਵੇਂ ਹੀ ਅਪਣਾਉਣੀ ਪੈਣੀ ਹੈ ਨਾ। ਅਤੇ ਜੇ ਹੁਣ ਆਖੀਏ ਵੀ ਹੁਣ ਔਖਾ ਤਾਂ ਜੰਮਣਾ ਵੀ ਬਹੁਤ ਹੈ ਸੰਸਾਰ 'ਤੇ, ਜਦੋਂ ਬੱਚਾ ਪੈਦਾ ਹੁੰਦਾ ਉਹਦਾ ਕਿੱਡਾ ਵੱਡਾ ਦੁੱਖ ਹੈ, ਮਾਤਾ ਨੂੰ ਕਿੰਨਾ ਦੁੱਖ ਹੈ, ਉਹ ਬੱਚੇ ਜਿਹੜਾ ਪੈਦਾ ਹੋ ਰਿਹਾ ਉਹਨੂੰ ਕਿੱਡਾ ਦੁੱਖ ਹੈ, ਅਤੇ ਜਿੰਨਾ ਸਮਾਂ ਮਾਤਾ ਦੇ ਉਦਰ ਅੰਦਰ ਹੁੰਦਾ ਉਹ ਕਿੱਡਾ ਵੱਡਾ ਦੁੱਖ ਹੈ। ਇਹ ਤਾਂ ਭੋਏ 'ਤੇ ਬਹਿਣ ਨਾਲੋਂ ਤਾਂ ਕਿਤੇ ਵੱਡਾ ਦੁੱਖ ਹੈ, ਉਹ ਵੀ ਸਹਿ ਹੀ ਹੈ ਜਨਮ ਲੈਣ ਪਿੱਛੇ। ਅਤੇ ਮਾਤਾ ਦੇ ਉਦਰ 'ਚ 9 ਮਹੀਨੇ ਪੁੱਠਾ ਲਟਕਦਾ, ਉਹ ਕਿੱਡਾ ਦੁੱਖ ਤਾਂ ਹੈ ਹੀ। ਦੁੱਖ ਤੋਂ ਬਿਨਾਂ ਹੈ ਕੀ ਸੰਸਾਰ 'ਤੇ, ਹੈ ਹੀ ਦੁੱਖ ਹੈ। ਸੁੱਖ ਤਾਂ ਇਕੱਲਾ ਮਹਾਰਾਜ ਸੱਚੇ ਪਾਤਸ਼ਾਹ ਸਰਬ ਸੁੱਖਾ ਹਰ ਹਰ ਗੁਣ ਗਾਏ, ਮਹਾਰਾਜ ਦੀ ਬਾਣੀ 'ਚ ਸੁੱਖ ਹੈ। ਪਰ ਉਹ ਬਾਣੀ ਵੀ ਫਿਰ ਉਹ ਸੁਣਨੀ ਜਦੋਂ, ਅਤੇ ਉਹ ਵੀ ਸਾਧ ਸੰਗਤ ਜੀ ਐਂ ਵੀ ਜਿਹੜਾ ਹੈ ਉਹ ਮਨ ਵਿੱਚ ਇੰਨਾ ਨਹੀਂ, ਉਹ ਗੱਲ ਇਹ ਸਾਧ ਸੰਗਤ ਜੀ ਵੀ ਹੁਣ ਤਾਂ ਬੜੀਆਂ ਸਹੂਲਤਾਂ ਨੇ, ਗੱਦੇ ਗੁੱਦੇ ਜੇ ਪੋਲੇ ਹੀ ਆ, ਕਿਹੜਾ ਕੋ ਦਿੱਕਤ ਆ ਬਹਿਣ ਦੀ, ਅਤੇ ਬਹਿ ਜਾਣਾ ਭੋਏ 'ਤੇ। ਅਤੇ ਉਹ ਗੱਲ ਤਾਂ ਉਨੀ ਕੀ ਆ ਵੀ ਜੋ ਜਿਹੋ ਜਿਹਾ ਕੁਰਸੀ 'ਤੇ ਬਹਿ ਗਿਆ, ਅਤੇ ਹੁਣ ਗੱਦਿਆਂ 'ਚ ਵੀ ਕੋਈ ਏਡੀ ਹੈ ਤਾਂ ਹੈ ਨਹੀਂ। ਚਲੋ ਜੇ ਲੱਤ ਬਾਂਹ ਦੁਖਦੀ ਇੱਕ ਪਾਸੇ ਨੂੰ ਮੋੜ ਕੇ ਪਰਾਂ ਕੰਧ ਨਾਲ ਟੋਟਾ ਲਾ ਕੇ ਅਤੇ ਬੈਠਾ ਰਵੇ, ਵੀ ਚਲੋ ਜਿੰਨੀ ਨਾਮ 'ਤੇ ਗਏ ਮਸ਼ੱਕਤ ਘਾਲ, ਮਸ਼ੱਕਤ ਘਾਲੇ ਜਿੰਨੀ ਘਾਲੀ ਜਾਂਦੀ। ਪਰ ਉਹ ਸਭ ਥਾਂ 'ਤੇ ਸੁੱਖ ਵੇਖੀ ਜਾਣੇ, ਸੁੱਖ ਵੇਖੀ ਜਾਣੇ, ਉਹ ਫਿਰ ਉੱਦਾਂ ਦਾ ਸੁਭਾਅ ਬਣ ਜਾਂਦਾ, ਕਿਉਂਕਿ ਘਰਾਂ 'ਚ ਸੁੱਖ ਸਹੂਲਤਾਂ ਹੋਣ ਕਰਕੇ ਫਿਰ ਹੁਣ ਹਰੇਕ ਦੇ ਮਨ 'ਚ ਐਂ ਵੀ ਉਹੋ ਜਿਹਾ ਕੁਝ ਹੀ ਉੱਥੇ। ਅਸੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਲੈਣਾ ਵੀ ਉਹਦੇ ਕੋਲੋਂ ਕੁਛ ਹੈ, ਅਤੇ ਸ਼ਰਤਾਂ ਵੀ ਆਪਦੀਆਂ ਮਨਾਉਣੇ। ਹਾਲਾਂਕਿ ਜਦੋਂ ਤੁਸੀਂ ਕੁਝ ਨੌਕਰੀ ਲੈ ਕੇ ਵੇਖੋ, ਉੱਥੇ ਨੌਕਰੀ ਲਓਗੇ ਤਾਂ ਤੁਹਾਨੂੰ ਉਹਨਾਂ ਨੇ ਸ਼ਰਤਾਂ ਮੰਨਣੀਆਂ ਪੈਣਗੀਆਂ ਵੀ 12 ਕੀਤੀਆਂ ਚਾਹੀਦੀਆਂ, ਹਾਂਜੀ ਕੀਤੀਆਂ, ਫਲਾਣਾ ਕੋਰਸ ਇੰਨਾ ਕੱਦ ਚਾਹੀਦਾ, ਇੰਨੀ ਰੇਸ ਕੱਢਣੀ ਹੈ ਜੀ। ਉਦੋਂ ਉਹ ਸ਼ਰਤਾਂ ਮਨਾਉਂਦੇ ਆ ਅਤੇ ਫਿਰ ਨੌਕਰੀ ਦਿੰਦੇ। ਅਤੇ ਮਹਾਰਾਜ ਨੇ ਤਾਂ ਬ੍ਰਹਮ ਗਿਆਨ ਦੇਣਾ ਜਿਹੜਾ ਮੁੜ ਕੇ ਲੋੜ ਹੀ ਨਹੀਂ ਪੈਣੀ, ਅਤੇ ਪਰ ਉਹ ਇੱਥੇ ਦੀ ਸ਼ਰਤ ਨਹੀਂ ਮੰਨਦੇ। ਫਿਰ ਉਹ ਜਿੰਨਾ ਮਰਜ਼ੀ ਬੈਠੇ ਰਹਿਣ, ਚਾਹੇ ਕੁਰਸੀਆਂ 'ਤੇ ਚੜ੍ਹ ਕੇ ਸਾਰੀ ਉਮਰ ਬੈਠੇ ਰਹਿਣ। ਇੱਕ ਦੂ ਲੱਥੀ ਨਾਤਿਆਂ ਦੋਏ ਭਾ ਚੜ੍ਹੀਏ ਸੋਰ, ਸਤਿਕਾਰ ਤਾਂ ਨਾ ਰਹਿ ਗਿਆ। ਉਹ ਮਨ ਹਰਾਮੀ ਹੋਣ ਕਰਕੇ ਮਨ ਨੂੰ ਸਮਝਾਉਂਦੇ ਵੀ ਨਹੀਂ ਜੀ ਸਾਥੋਂ ਜੀ ਅਸੀਂ ਬੜੇ ਔਖੇ ਹਾਂ ਜੀ, ਉਹ ਬੜੀ ਵਿਧੀ ਹੁੰਦੀ ਬਹਿਣ ਦੀ, ਤਰੀਕੇ ਨਾਲ ਆਪਦਾ ਮਹਾਰਾਜ ਸੱਚੇ ਪਾਤਸ਼ਾਹ ਦੀ ਖੁਸ਼ੀ ਲੈਣੀ, ਉਹ ਜਿੰਨਾ ਲੈਣੀ ਉਹ ਲੈ ਲੈਂਦੇ ਹੈ। ਅਤੇ ਜੇ ਮਨ ਵਿੱਚ ਇੱਦਾਂ ਦਾ ਖਿਆਲ ਉਹ ਮਹਾਰਾਜ ਨੇ ਇੱਥੇ ਪ੍ਰਗਟ ਕਰ ਹੀ ਦਿੱਤਾ ਸਾਖੀ ਦੇ ਅੰਦਰ ਵੀ ਵੇਖੋ ਵੀ ਤੁਸੀਂ ਕੀਰਤਨ ਗਾਓ ਅਤੇ ਅਸੀਂ ਉੱਤੇ ਬੈਠੇ ਰਹੀ ਜਾਂ ਲੰਮੇ ਪੈ ਰਹੀਏ, ਅਤੇ ਇਹ ਸਤਿਕਾਰ ਥੋੜ੍ਹਾ ਮਹਾਰਾਜ ਦੀ ਬਾਣੀ ਦਾ। ਜੇ ਅਸੀਂ ਨਹੀਂ ਸਤਿਕਾਰ ਕਰਾਂਗੇ ਤਾਂ ਸਿੱਖ ਕਿਵੇਂ ਸਤਿਕਾਰ ਕਰਨਗੇ ਸਤਿਗੁਰਾਂ ਦੀ ਬਾਣੀ ਦਾ। ਤਾਂ ਇਸ ਤਰ੍ਹਾਂ ਮਹਾਰਾਜ ਨੇ ਰਾਗੀ ਸਿੱਖਾਂ ਨੂੰ ਇਹ ਜਵਾਬ ਦਿੱਤਾ ਵੀ ਭਾਈ ਸਦਾ ਸਤਿਕਾਰ ਕਰਨਾ, ਅਤੇ ਗੁਰੂ ਕੀ ਬਾਣੀ ਨੂੰ ਗੁਰੂ ਰੂਪ, ਗੁਰੂ ਸ਼ਬਦ ਜਿਹੜਾ ਉਹ ਤੁਹਾਡਾ ਹੀ ਨਹੀਂ, ਗੁਰੂ ਸਾਡਾ ਵੀ ਗੁਰੂ ਹੈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਆਖਿਆ ਵੀ ਸ਼ਬਦ ਤੁਹਾਡਾ ਨਹੀਂ ਗੁਰੂ, ਸਾਡਾ ਵੀ ਗੁਰੂ ਹੈ, ਅਸੀਂ ਵੀ ਉਸੇ ਸ਼ਬਦ ਨੂੰ ਗੁਰੂ ਮੰਨਦੇ ਹਾਂ ਜੀ। ਜੋ ਸਿੱਖ ਹੈ ਗੁਰੂ ਸ਼ਬਦ ਕਮਾਵੇ, ਜਿਹੜਾ ਗੁਰੂ ਕੇ ਸ਼ਬਦ ਨੂੰ ਕਮਾਏਗਾ, ਗੁਰੂ ਕੇ ਸ਼ਬਦ ਦੀ ਸੇਵਾ ਕਰੇਗਾ ਤੇ ਬੜਾ ਭੈ ਰੱਖੇਗਾ, ਸ਼ਬਦ ਕਮਾਏ ਪਰਮ ਪਦ ਪਾਵੇ, ਉਹ ਪਰਮ ਪਦ ਵੀ ਪ੍ਰਾਪਤ ਕਰੇਗਾ। ਜਿਹੜਾ ਗੁਰੂ ਕੇ ਸ਼ਬਦ ਦਾ ਅਦਬ ਭੈ ਸਤਿਕਾਰ ਰੱਖੇਗਾ, ਉਹ ਬਾਣੀ ਪੜ੍ਹੇਗਾ ਜਦੋਂ ਸ਼ਬਦ ਦਾ ਸਤਿਕਾਰ ਭੈ ਅਦਬ ਰੱਖ ਕੇ, ਅਤੇ ਉਹ ਫਿਰ ਪਰਮ ਪਦਵੀ ਪ੍ਰਾਪਤ। ਪਰਮ ਪਦਵੀ ਕਿਹੜੀ ਹੈ? ਮਹਾਨੰਦ ਦੀ, ਜਿੱਥੇ ਬ੍ਰਹਮ ਗਿਆਨ ਸਭ ਸੁਖੀ ਦੁੱਖ ਨਾਹੀ, ਸੁਖ ਹੀ ਹੈ ਰੇ, ਇਸ ਪਦਵੀ ਨੂੰ ਪ੍ਰਾਪਤ ਹੋਵੇਗਾ। ਭਗਤ ਪ੍ਰਤੀਤ ਨਹੀਂ ਜਿਸ ਤਨ ਮੈਂ, ਜਿਸ ਪ੍ਰਾਣੀ ਦੇ ਮਨ ਵਿੱਚ ਭਗਤੀ ਨਹੀਂ, ਭਗਤੀ ਦਾ ਅਰਥ ਹੁੰਦਾ ਪੱਬਾ ਭੈ ਗੱਗਾ ਗਿਆਨ ਤੱਤਾ ਤਿਆਗ। ਜਿਹੜਾ ਮਨ 'ਚੋਂ ਤੱਤਾ ਤਿਆਗ ਨਹੀਂ ਕਰਦਾ, ਹਉਮੈ ਦਾ ਪੱਬਾ ਭੈ ਹੀ ਨਹੀਂ ਮਹਾਰਾਜ ਦੀ ਬਾਣੀ ਦਾ, ਅਤੇ ਗੱਗਾ ਗਿਆਨ ਸੋਝੀ ਨਹੀਂ ਵੀ ਮਹਾਰਾਜ ਦੀ ਸੰਗਤ 'ਚ ਕਿਵੇਂ ਬਹਿਣਾ ਕਿਵੇਂ ਨਹੀਂ, ਉਹ ਪ੍ਰਾਣੀ ਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਭਗਤੀ ਪੱਬਾ ਭੈ ਗੱਗਾ ਗਿਆਨ ਤੱਤਾ ਤਿਆਗ ਤੋਂ ਰਹਿਤ ਹੈ, ਅਤੇ ਇਸ ਤੋਂ ਇਲਾਵਾ ਫਿਰ ਪ੍ਰਤੀਤ ਨਹੀਂ ਜਿਹਨੂੰ ਗੁਰੂ ਦੇ ਉੱਤੇ, ਸਤਿਗੁਰਾਂ ਦੀ ਬਾਣੀ 'ਤੇ ਜਿਸ ਨੂੰ ਪੂਰਨ ਭਰੋਸਾ ਨਹੀਂ ਹੈ, ਤਿਹ ਕੋ ਬਾਣੀ ਭੈ ਨਹਿ ਮਨ ਮੈਂ, ਅਤੇ ਉਹਨਾਂ ਦੇ ਮਨ 'ਚ ਮਹਾਰਾਜ ਕਹਿੰਦੇ ਕਦੇ ਭੈ ਨਹੀਂ ਹੋਊਗਾ। ਵੀ ਭੈ ਗੁਰੂ ਕੀ ਬਾਣੀ ਦਾ ਉਹ ਰੱਖਦੇ ਹੈ ਜਿਨ੍ਹਾਂ ਨੂੰ ਭਰੋਸਾ ਹੈ ਗੁਰੂ ਕੀ ਬਾਣੀ 'ਤੇ ਵੀ ਇਹ ਸਾਨੂੰ ਪਾਰ ਲਾਊਗੀ, ਅਤੇ ਜਿਹਨੂੰ ਇਹ ਹੀ ਭਰੋਸਾ ਨਹੀਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਪਾਰ ਲਾਊਗੀ ਕਿ ਨਹੀਂ ਲਾਊਗੀ, ਜਿਹਨੂੰ ਗੁਰੂ ਪਾਤਸ਼ਾਹ ਦੀ ਬਾਣੀ 'ਤੇ ਭਰੋਸਾ ਨਹੀਂ, ਮਹਾਰਾਜ ਕਹਿੰਦੇ ਉਹ ਸਤਿਕਾਰ ਨਹੀਂ ਕਰੇਗਾ ਕਦੇ।
ਤੇ ਜਦੋਂ ਸਤਿਕਾਰ ਨਹੀਂ ਕਰੇਗਾ ਉਹਦੇ ਮਨ ਵਿੱਚ ਕਦੇ ਭਗਤੀ ਭਾਵ, ਨਿਮਰ ਭਾਵ ਤੇ ਸ਼ੁਭ ਗੁਣ ਕਦੇ ਪੈਦਾ ਨਹੀਂ ਹੁੰਦੇ ਹਨ। ਬਿਨ ਭੈ ਭਗਤ ਨਾ ਪ੍ਰਾਪਤ ਵੀ ਹੋਏ। ਭੈ ਜਿਹੜੇ ਆ ਪ੍ਰਤੀਤੀ ਭਰੋਸੇ ਤੋਂ ਬਿਨਾ ਗੁਰੂ ਕੀ ਬਾਣੀ ਤਾਂ ਭੈ ਨਹੀਂ ਪੈਦਾ ਹੁੰਦਾ। ਵੀ ਭਰੋਸਾ ਹੈ ਤੇ ਫੇਰ ਹੀ, ਜੇ ਮਹਾਰਾਜ ਤੇ ਭਰੋਸਾ ਹੀ ਨਹੀਂ ਫਿਰ ਡਰ ਕਿਵੇਂ ਹੋਊਗਾ। ਵੀ ਭਰੋਸਾ ਇਹ ਹੋਵੇ ਵੀ ਇਹ ਜਾਗਤ ਜੋਤ ਹੈ, ਹਾਜ਼ਰਾ ਹਜ਼ੂਰ ਹੈ। ਜਿਹੜਾ ਹਾਜ਼ਰ ਨਾਜ਼ਰ ਮੰਨੇ, ਮਹਾਰਾਜ ਕਹਿੰਦੇ ਫਿਰ ਉਹ ਡਰ ਰੱਖਦਾ ਮਨ 'ਚ। ਜਿਹੜਾ ਇਹਨੂੰ ਹਾਜ਼ਰ ਨਾਜ਼ਰ ਨਹੀਂ ਮੰਨਦਾ ਬਾਣੀ ਨੂੰ, ਫਿਰ ਉਹਦੇ ਅੰਦਰੋਂ ਡਰ ਵੀ ਖਤਮ ਹੋ ਜਾਂਦਾ। ਜਦੋਂ ਡਰ ਖਤਮ ਹੋ ਗਿਆ ਫਿਰ ਕਦੇ ਭਗਤੀ ਨਹੀਂ ਕਰੂਗਾ, ਕਿਉਂਕਿ ਇਹਨੂੰ ਜਦੋਂ ਇਹਦੇ 'ਤੇ ਭਰੋਸਾ ਹੀ ਨਾ ਰਿਹਾ, ਡਰ ਖਤਮ ਹੋ ਗਿਆ ਤੇ ਡਰ ਤੋਂ ਬਿਨਾਂ ਫਿਰ ਭੈ ਸਤਿਕਾਰ ਨਾ ਰਹਿ ਗਿਆ ਮਨ ਵਿੱਚ, ਤੇ ਕਦੇ ਭਗਤੀ ਨਹੀਂ ਕਰੇਗਾ, ਕਦੇ ਸਿਮਰਨ ਬੰਦਗੀ ਨਹੀਂ ਕਰਦਾ ਹੈ। ਭਗਤ ਬਿਨਾ ਨਾ ਗਿਆਨ ਤੇ ਅਵੇਲੋਏ। ਭਗਤੀ ਤੋਂ ਬਿਨਾਂ ਫਿਰ ਵੇਖੋ ਭਾਈ ਕਦੇ ਗਿਆਨ ਨਹੀਂ ਪੈਦਾ ਹੁੰਦਾ। ਇਹਦੇ ਵਿੱਚ ਭਗਤੀ ਨਾਲ ਹੀ ਗਿਆਨ ਪੈਦਾ ਹੋਣਾ ਹੈ। ਗਿਆਨ ਬਿਨਾ ਮੁਕਤੀ ਕਿਮ ਤੇ ਪਾਏ। ਗਿਆਨ ਬਿਨਾਂ ਕਦੇ ਮੁਕਤੀ ਨਹੀਂ ਪ੍ਰਾਪਤ ਹੁੰਦੀ ਹੈ। ਮੁਕਤ ਬਿਨਾ ਨਾ ਆਨੰਦ ਤੇ ਸਮਾਏ। ਮੁਕਤੀ ਤੋਂ ਬਿਨਾਂ ਆਨੰਦ ਸਰੂਪ ਪਰਮੇਸ਼ਰ ਦੇ ਵਿੱਚ ਕਦੇ ਸਮਾਇਆ ਨਹੀਂ ਜਾਂਦਾ, ਲੀਨ ਨਹੀਂ ਹੋਇਆ ਜਾਂਦਾ ਹੈ। ਕਾਰਨ ਕਾਰਜ ਸ਼੍ਰਿੰਖਲ ਇਹੀ। ਮਹਾਰਾਜ ਕਹਿੰਦੇ ਵੀ ਕਾਰਨ ਤੇ ਕਾਰਜ ਦੋਵੇਂ ਹੀ ਸੰਗਲ ਹੈ। ਭਾਵ ਵੀ ਜੇ ਜਿੱਥੇ ਕਾਰਨ ਹੀ ਹੈ ਨਹੀਂ ਤੇ ਕਾਰਜ ਉੱਥੇ ਕਿੱਥੋਂ ਹੋ ਜਾਏਗਾ। ਕਾਰਨ ਹਰੇਕ ਚੀਜ਼ ਦਾ ਕਾਰਨ ਹੈ ਨਾ। ਤੁਹਾਡਾ ਇੱਥੇ ਆਉਣ ਦਾ ਕਾਰਨ ਹੈ, ਪਹਿਲਾਂ ਕਾਰਨ ਬਣਿਆ ਤੁਹਾਡੇ ਮਨ 'ਚ ਵੀ ਚਲੋ ਮਹਾਰਾਜ ਦੀ ਕਥਾ ਸੁਣ ਕੇ ਆਈਏ, ਉਹ ਕਾਰਨ ਸੀ। ਹੁਣ ਤੁਸੀਂ ਕਥਾ ਸੁਣੀ ਜਾਂਦੇ, ਕਾਰਜ ਸਿੱਧ ਹੋਈ ਜਾਂਦਾ। ਜਿੱਥੇ ਕਾਰਨ ਹੀ ਨਹੀਂ ਉੱਥੇ ਕਾਰਜ ਕਿੱਥੋਂ ਆਏਗਾ। ਇੱਦਾਂ ਮਹਾਰਾਜ ਜੀ ਕਿਰਪਾ ਕਰਦੇ ਹੈ। ਗੁਰਬਾਣੀ ਭੈ ਤੇ ਸੁਖ ਲੇਹੀ। ਮਹਾਰਾਜ ਕਹਿੰਦੇ ਜਿਨ੍ਹਾਂ ਗੁਰਬਾਣੀ ਦਾ ਭੈ ਕਮਾਇਆ ਨਾ, ਜਿਨ੍ਹਾਂ ਦੇ ਅੰਦਰ ਸਤਿਕਾਰ ਹੈ ਗੁਰੂ ਕੀ ਬਾਣੀ ਦਾ, ਉਹੀ ਅਸਲੀ ਸੁੱਖ ਲੈਂਦੇ ਤੇ ਉਹੀ ਸੰਸਾਰ ਤੇ ਸੌਖੇ ਹੈ। ਉਹਨਾਂ ਦੇ ਮਨ ਨੂੰ ਸ਼ਾਂਤੀ ਹੈ ਤੇ ਅਸਲੀ ਬਾਣੀ ਦਾ ਜਿਹੜਾ ਫਲ ਹੈ ਨਾ, ਆਨੰਦ ਹੈ, ਉਹਨਾਂ ਨੂੰ ਮਿਲਦਾ ਹੈ। ਉਸ ਤਰ੍ਹਾਂ ਜਿੰਨਾ ਮਰਜ਼ੀ ਕੋਈ ਪੜ੍ਹੀ ਪੜ੍ਹਾਈ ਜਾਵੇ, ਜੇ ਮਹਾਰਾਜ ਦੀ ਬਾਣੀ ਦਾ ਭੈ ਸਤਿਕਾਰ ਅਦਬ ਨਹੀਂ ਹੈ ਤੇ ਜਿੰਨੀ ਮਰਜ਼ੀ ਪੜ੍ਹੀ ਪੜ੍ਹਾਈ ਜਾਏ, ਮਹਾਰਾਜ ਕਹਿੰਦੇ ਕਦੇ ਦੁੱਖ ਤੇ ਕਦੇ ਉਹ ਜਿਹੜਾ ਰਾਸ ਆਉਣਾ ਹੈ ਨਾ ਅੰਦਰੋਂ, ਦੁੱਖ ਨਾਸ਼ ਨਹੀਂ ਹੋਏਗਾ ਤੇ ਅੰਦਰ ਰਾਸ ਉਹ ਪੈਦਾ ਨਹੀਂ ਹੋਏਗਾ ਕਦੇ, ਜਿੰਨਾ ਸਮਾਂ ਬਾਣੀ ਜਿੰਨੀ ਮਰਜ਼ੀ ਕੋ ਪੜ੍ਹੀ ਜਾਏ। ਜੇ ਅਦਬ ਨਹੀਂ, ਭੈ ਨਹੀਂ, ਸਤਿਕਾਰ ਨਹੀਂ ਮਹਾਰਾਜ ਦੀ ਬਾਣੀ ਦਾ, ਤੇ ਉਹਦੇ ਬਿਨਾਂ ਫਿਰ ਭਗਤੀ ਪੈਦਾ ਨਹੀਂ ਹੋਗੀ। ਭਗਤੀ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ, ਮੁਕਤੀ ਤੋਂ ਬਿਨਾਂ ਭਗਤੀ ਤੋਂ ਬਿਨਾਂ ਗਿਆਨ ਨਹੀਂ ਪੈਦਾ ਹੁੰਦਾ, ਗਿਆਨ ਤੋਂ ਬਿਨਾਂ ਮੁਕਤੀ ਨਹੀਂ, ਮੁਕਤੀ ਤੋਂ ਬਿਨਾਂ ਆਨੰਦ ਸਰੂਪ ਪਰਮੇਸ਼ਰ ਵਿੱਚ ਨਹੀਂ ਸਮਾਇਆ ਜਾਂਦਾ ਹੈ। ਬਿਨ ਭੈ ਭਗਤ ਨਾ ਜਗਤ ਤਰਾਵੈ। ਕਿਉਂਕਿ ਭੈ ਤੋਂ ਬਿਨਾਂ ਭਗਤੀ ਨਹੀਂ ਤੇ ਭਗਤੀ ਬਿਨਾਂ ਜਗ ਨਹੀਂ ਤਰਿਆ ਜਾਂਦਾ ਹੈ। ਤੀਰਥ ਬ੍ਰਤ ਜਗ ਜੋਗ ਕਮਾਵੈ। ਜਿੰਨੇ ਮਰਜੀ ਮਹਾਰਾਜ ਕਹਿੰਦੇ ਤੀਰਥਾਂ ਤੇ ਨਹਾਉਂਦਾ ਫਿਰੇ, ਵਰਤ ਰੱਖਦਾ ਫਿਰੇ, ਜਿੰਨੇ ਮਰਜੀ ਜਪ ਤਪ ਕਰੇ ਜਾਂ ਕੋਈ ਜੋਗ ਸਾਧਨਾ ਤੇ ਬੜੇ ਜਗ ਜੁਗ ਜੇ ਕਰਦਾ ਫਿਰਦਾ ਹੋਵੇ, ਜੋ ਗੁਰ ਭਗਤ ਸੋ ਸਿੱਖ ਹੈ ਮੇਰਾ। ਉਹ ਮੁਕਤ ਨਹੀਂ ਹੋਏਗਾ ਕਦੇ ਜਿੰਨਾ ਸਮਾਂ ਬਾਣੀ ਦਾ ਸਤਿਕਾਰ ਨਹੀਂ। ਮਹਾਰਾਜ ਕਹਿੰਦੇ ਸਿੱਖੋ, ਜਿਹੜਾ ਸਾਡਾ ਸਿੱਖ ਹੈ, ਜਿਹੜਾ ਗੁਰੂ ਨਾਨਕ ਸਾਹਿਬ ਨੂੰ ਆਪਦਾ ਗੁਰੂ ਮੰਨਦਾ ਹੈ, ਉਹ ਜਿਹੜਾ ਸਾਡਾ ਸਿੱਖ ਹੈ, ਜਿਹੜਾ ਭਗਤ ਹੈ ਜੀ, ਗੁਰਬਾਣੀ ਭੈ ਤਿਸੈ ਕਨੇਰਾ। ਉਸ ਦੇ ਅੰਦਰ ਬਾਣੀ ਦਾ ਭੈ ਸਤਿਕਾਰ ਹੋਵੇਗਾ ਤੇ ਹੋਵੇਗਾ ਵੀ ਬਹੁਤ। ਸਤਿਗੁਰਾਂ ਦੀ ਬਾਣੀ ਨੂੰ ਉਹ ਹਾਜ਼ਰ ਨਾਜ਼ਰ ਮੰਨੇਗਾ, ਕਦੇ ਬਾਣੀ ਦਾ ਨਰਾਦਰ ਨਹੀਂ ਕਰੇਗਾ ਜੀ। ਜਿਨ ਭੈ ਅਦਬ ਨ ਬਾਣੀ ਧਾਰਾ। ਤੇ ਜਿਸ ਸਿੱਖ ਨੇ ਜਾਂ ਜਿਸ ਪ੍ਰਾਣੀ ਨੇ ਗੁਰੂ ਕੀ ਬਾਣੀ ਦਾ ਅਦਬ ਸਤਿਕਾਰ ਤੇ ਡਰ ਨਹੀਂ ਮਨ ਵਿੱਚ ਰੱਖਿਆ ਹੋਇਆ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਾਣੋ ਸਿੱਖੋ ਸਾਡਾ ਸਿੱਖ ਨਹੀਂ। ਇਹ ਰਹਿਤਨਾਮਿਆਂ 'ਚ ਬਚਨ, ਇਹ ਦਰਜ ਹੈ ਸੂਰਜ ਪ੍ਰਕਾਸ਼ ਦਾ। ਜਿਨ ਭੈ ਅਦਬ ਨ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਮਹਾਰਾਜ ਦੀ ਇਹ ਸਾਧ-ਸੰਗ ਦੀ ਆਹ ਸਾਖੀ ਹੈ ਇਸ ਰਹਿਤਨਾਮੇ ਦੇ ਪਿੱਛੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੇ ਅਦਬ ਸਤਿਕਾਰ ਨਹੀਂ ਬਾਣੀ ਦਾ ਰੱਖਿਆ ਮਨ ਵਿੱਚ, ਉਹ ਜਿਹੜਾ ਮਰਜ਼ੀ ਬਣਿਆ ਫਿਰੇ, ਮਹਾਰਾਜ ਕਹਿੰਦੇ ਉਹ ਸਾਡਾ ਸਿੱਖ ਹੋ ਹੀ ਨਹੀਂ ਸਕਦਾ। ਅਸੀਂ ਉਹਨੂੰ ਸਿੱਖ ਮੰਨਦੇ ਹੀ ਨਹੀਂ ਜਿਹੜਾ ਗੁਰੂ ਕੀ ਬਾਣੀ ਦਾ ਸਤਿਕਾਰ ਨਹੀਂ ਕਰਦਾ। ਤੇ ਹੁਣ ਇੱਦਾਂ ਹੀ ਸਾਧ ਸੰਗਤ ਜੀ ਵੀ ਚਲੋ ਨਿੰਦਾ ਨਹੀਂ ਕਹਿ ਸਕਦੇ ਇਹਨੂੰ, ਹਿਰਦਾ ਸੁੱਧ ਜਾਓ ਨਿੰਦਾ ਹੋਏ ਨਿੰਦਾ ਤੋਂ। ਜੇ ਅਗਲੇ ਦਾ ਹਿਰਦਾ ਸੁੱਧ ਕੋ ਕਰੇ ਤੇ ਫਿਰ ਨਿੰਦਾ। ਤੇ ਇਹ ਤਾਂ ਫਿਰ ਹੁਣ ਅੱਜ ਕੱਲ੍ਹ ਸਮਾਂ ਹੀ ਐਸਾ ਵੀ ਉਹ ਸੰਤ ਮੰਤ ਜਿੰਨੇ ਬਹੁਤ ਥਾਂ 'ਤੇ ਵਿਚਰੇ, ਇਸ ਕਰਕੇ ਜੀਅ ਨਹੀਂ ਕਰਦਾ ਹੁਣ ਕਿਤੇ ਜਾਣ ਨੂੰ। ਕਈ ਵਾਰੀ ਵੇਖਿਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣ ਤੋਂ ਆਪਦੇ ਆਪ ਨੂੰ ਨੀਵਾਂ ਸਮਝਦੇ ਵੀ ਜੇ ਅਸੀਂ ਸਰੂਪ ਲਵਾਂਗੇ ਨਾ ਸੀਸ 'ਤੇ ਮਹਾਰਾਜ ਦਾ ਸਵਾਰਾ, ਤੇ ਸਾਨੂੰ ਕੋਈ ਗ੍ਰੰਥੀ ਨਾ ਸਮਝ ਲਵੇ। ਇਹ ਬਹੁਤ ਵੱਡੀ ਤਰਾਸਦੀ ਹੁਣ ਵੇਖਣ ਨੂੰ ਮਿਲਦੀ, ਜਿੰਨੀ ਕੁ ਚਲੋ ਸੋਝੀ ਹੈ ਵੀ ਚੌਰ ਸਾਹਿਬ ਤਾਂ ਕਰ ਲੈਣਗੇ, ਪਰ ਜੇ ਅਸੀਂ ਸਰੂਪ ਲਿਆ ਸੀਸ 'ਤੇ ਤੇ ਫਿਰ ਤਾਂ ਇਹ ਤਾਂ ਸਾਨੂੰ ਗ੍ਰੰਥੀ ਸਮਝ ਲੈਣਗੇ ਲੋਕ, ਤੇ ਅਸੀਂ ਸੰਤ ਹਾਂ ਤੇ ਗ੍ਰੰਥੀ ਨਿੱਕਾ ਤੇ ਸੰਤ ਵੱਡਾ। ਫਿਰ ਇਹਨਾਂ ਦੇ ਮਨ 'ਚ ਅੱਜ ਇਹ ਬੜੀ ਸਿੱਖਾਂ ਦੇ ਆਈ ਹੋਈ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਵਾਰਾ ਜਦੋਂ ਜਾਂਦਾ ਹੈ ਤੇ ਉਦੋਂ ਸਾਧ ਸੰਗਤ ਜੀ ਮਹਾਰਾਜ ਦੇ ਚਾਲੇ ਸਮੇਂ ਬਸ ਮਾੜਾ ਜਾਓ 2 ਵਾਰੀ ਨਾਲ ਜੀ ਇੱਥੋਂ ਤੱਕ ਹੋ ਕੇ, ਤੇ ਵੀ ਨਾਲ ਨਹੀਂ ਜਾਣਾ। ਵੀ ਵੱਡੇ ਵੱਡੇ ਸਮਾਗਮ ਹੈ ਤੇ ਚੰਗੇ ਤਗੜੇ ਸੰਤ ਮਤਾ ਐਨ ਠਾਠ ਨਾਲ ਵੀ ਜਾ ਆਇਆ ਮਹਾਰਾਜ ਆਏ ਤੇ ਗਏ,
ਨਾਲ ਨਹੀਂ ਤੁਰਦੇ। ਇਹ ਬਹੁਤ ਵਾਰੀ ਵੇਖਿਆ, ਉਹ ਪੂਜੀ ਜਾਂਦੇ ਉਹਨਾਂ ਨੂੰ ਸਾਰੇ ਹੀ ਲੋਕ, ਪਰ ਇਹ ਬੜੀ ਵਾਰੀ ਵੇਖਿਆ। ਆਖੀ ਤਾਂ ਹੁਣ ਐਸੇ ਲੋਕ ਨਸਿਓ ਕਿਆ ਕਹੀਏ, ਇਹਨਾਂ ਨੂੰ ਕੀ ਕਹੀਏ ਹੁਣ ਵੀ ਸਾਰੀ ਉਮਰ ਇਹਨਾਂ ਗੁਰੂ ਘਰ 'ਚ ਲੰਘਾ ਦਿੱਤੀ ਹੈ ਅਤੇ ਨਾਲ ਨਹੀਂ ਮਹਾਰਾਜ ਦੇ। ਚਲੋ ਕੋਈ ਕਾਰਜ ਹੋਵੇ ਤਾਂ ਗੱਲ ਵੱਖਰੀ ਹੈ, ਨਹੀਂ ਤਾਂ ਨਾਲ ਨਹੀਂ ਤੁਰਨਾ। ਉੱਥੇ ਹੀ ਬਸ ਘੁੰਮ ਜੇ ਕਿ ਨਾ, ਜਿਵੇਂ ਜਾਣ ਜੀ ਬਚਾਲ ਨਹੀਂ, ਬਸ ਮੱਥਾ ਬਾਹਰ ਜਾ ਕੇ ਗੇਟ ਤੱਕ ਉੱਥੋਂ ਹੀ ਖੱਬੇ ਸੱਜੇ ਹੋਣਾ, ਮਹਾਰਾਜ ਸਵਾਰੇ ਨਾਲ ਨਹੀਂ ਜਾਂਦੇ। ਫਿਰ ਸਾਧ ਸੰਗਤ ਜੀ ਬੜੀ ਵਾਰ ਵੇਖਿਆ ਵੀ ਹੋਰ ਵੀ ਨਗਰ ਕੀਰਤਨਾਂ 'ਤੇ ਵੀ ਬੜਾ ਵੀ ਆਪ ਨਾਲ ਬਰਾਬਰ ਚੜ੍ਹ ਕੇ ਜਾਣਾ ਹੈ, ਵੀ ਸਾਡਾ ਵੀ ਲੋਕ ਦਰਸ਼ਨ ਤਾਂ ਮਹਾਰਾਜ ਦੇ ਕਰਨ, ਪਰ ਉਹ ਪਤਾ ਲੱਗੇ ਵੀ ਫਲਾਣਾ ਨਗਰ ਕੀਰਤਨ ਲੈ ਕੇ ਆਇਆ ਅਤੇ ਫਿਰ ਉਹ ਪੂਰਾ ਆਪਦਾ ਜਾਹੋ ਜਲਾਲ ਰੱਖਣਾ, ਇਹ ਨਹੀਂ ਸੋਭਾ ਮਹਾਰਾਜ ਦਾ ਸ਼ਰੀਕ ਬਣਨ ਦੇ ਬਰਾਬਰ ਹੈ। ਇਸ ਤੋਂ ਇਲਾਵਾ ਹੋਰ ਜਦੋਂ ਮਹਾਰਾਜ ਦਾ ਫਿਰ ਸਵਾਰਾ ਆਉਣਾ ਸਾਧ ਸੰਗਤ ਜੀ, ਅਤੇ ਜਾਂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਹੋਣਾ ਅਤੇ ਕੋਈ ਆ ਜਾਣੇ, ਕੋਈ ਮਹਾਤਮਾ ਕੋਈ ਲੀਡਰ ਆ ਜਾਂਦਾ ਅਤੇ ਭੱਜ ਕੇ ਅੱਗੋਂ ਲੈਣ ਜਾਣਾ, ਬੜਾ ਉਹਦਾ ਸਤਿਕਾਰ ਕਰਨਾ। ਉਹ ਇੱਦਾਂ ਜਿਹੜਾ ਹੈ ਇਹ ਵੀ ਆਵਾਜ਼ ਬਣੀ ਮਹਾਰਾਜ ਦੀ ਤਰੀਕੇ ਨਾਲ। ਬਹੁਤ ਤਰ੍ਹਾਂ ਦੀ ਬੇਦਬੀ ਹੈ, ਕੋਈ ਇੱਕ ਬੇਦਬੀ ਨਹੀਂ ਸਾਧ ਸੰਗਤ ਜੀ। ਮਨ ਬਾਣੀ ਸਰੀਰ ਕਰਕੇ ਸਤਿਕਾਰ ਹੁੰਦਾ ਅਤੇ ਮਨ ਬਾਣੀ ਸਰੀਰ ਕਰਕੇ ਬੇਦਬੀ ਹੁੰਦੀ ਹੈ। ਇੱਦਾਂ ਜਿਹੜਾ ਉਹ ਅੱਜ ਬਹੁਤ ਇਹੋ ਜਿਹਾ ਚੱਲਿਆ ਹੋਇਆ ਵੀ ਬਹੁਤ ਸਤਿਕਾਰਯੋਗ ਹਸਤੀਆਂ ਜਿਨ੍ਹਾਂ ਨੂੰ ਪੰਥ ਨੇ ਮਾਣ ਸਨਮਾਨ ਦਿੱਤਾ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਿੱਤਾ ਖਾਂਦੇ, ਇੱਥੋਂ ਬਣੇ ਸਭ ਕੁਝ ਇਸ ਪਾਤਸ਼ਾਹ ਨੇ ਦਿੱਤਾ, ਅਤੇ ਉਹਦਾ ਸਤਿਕਾਰ ਕਰਨ ਲੱਗਿਆਂ ਵੀ ਕੰਨੀ ਕਤਰਾਉਂਦੇ। ਉਸ ਪਾਤਸ਼ਾਹ ਦੀ ਬਾਣੀ ਦਾ ਸਤਿਕਾਰ ਜਿਹੜਾ ਗੁਰੂ ਹਰਿਰਾਏ ਸਾਹਿਬ ਜੀ ਆਪ ਕਰਦੇ ਰਹੇ ਸਤਿਕਾਰ, ਅਤੇ ਸਿੱਖਾਂ ਨੂੰ ਮਰਿਆਦਾ ਦੱਸੀ, ਜਿਨ ਪੈਦ ਬਨਾ ਬਾਣੀ ਧਾਰਾ, ਜਾਨਹੁ ਸੋ ਸਿੱਖ ਨਹੀਂ ਹਮਾਰਾ। ਇਹ ਮਹਾਰਾਜ ਨੇ ਬਚਨ ਕਹੇ ਹੋਏ ਆ। ਇਮ ਸਤਿਗੁਰ ਤੇ ਸੁਨ ਉਪਦੇਸ਼। ਇੱਦਾਂ ਸਤਿਗੁਰੂ ਹਰਿਰਾਏ ਸਾਹਿਬ ਨੇ ਉਪਦੇਸ਼ ਬਖਸ਼ਿਆ ਸਿੱਖਾਂ ਨੂੰ ਬਾਣੀ ਦੇ ਸਤਿਕਾਰ ਕਰਨੇ ਦਾ। ਲਖਿਓ ਮਹਾਤਮ ਸ਼ਬਦ ਵਿਸ਼ੇਸ਼। ਤਾਂ ਇਹਨਾਂ ਨੇ ਬੜਾ ਮਹਾਤਮ ਜਾਣਿਆ ਵੀ ਵਾਕਈ ਗੁਰੂ ਕੀ ਬਾਣੀ ਦਾ ਸਤਿਕਾਰ ਕਰਨਾ ਚਾਹੀਦਾ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਏਡੇ ਤਤਪਰ ਹਨ। ਹੱਥ ਜੋੜ ਬੰਦਤ ਕਰ ਬੰਦ। ਹੱਥ ਜੋੜੇ ਸਤਿਗੁਰੂ ਹਰਿਰਾਏ ਸਾਹਿਬ ਦੇ ਅੱਗੇ ਨਮਸਕਾਰਾਂ ਕੀਤੀਆਂ ਰਾਗੀ ਸਿੱਖਾਂ ਨੇ ਤੇ ਸਾਰੀ ਸਾਧ ਸੰਗਤ ਨੇ। ਸਿਰ ਤਰ ਕਰ ਗੁਰ ਪਦ ਅਰਬਿੰਦ। ਸਤਿਗੁਰਾਂ ਦੇ ਚਰਨ ਕਮਲਾਂ ਤੇ ਨਮਸਕਾਰ ਕੀਤੀ ਹੈ। ਸ਼੍ਰੀ ਸਤਿਗੁਰੂ ਜੀ ਕਰੁਣਾ ਕਰੀਆ ਹੈ। ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸਾਡੇ ਤੇ ਕਿਰਪਾ ਕਰੋ ਜੀ। ਸ਼੍ਰੀ ਮੁਖ ਤੇ ਬਰ ਇਹੀ ਉਚਰੀਆ ਵੀ ਹੈ। ਅਸੀਂ ਕੁਝ ਨਹੀਂ ਮੰਗਦੇ, ਸਾਨੂੰ ਆਪਦੇ ਸ਼੍ਰੀ ਮੁਖ ਤੋਂ ਸੁਭਾਏਮਣ ਮੁਖ ਤੋਂ ਕਿਰਪਾ ਕਰਕੇ ਇਹ ਵਰਦਾਨ ਦਿਓ ਜੀ। ਹੋਏ ਗੁਰਬਾਣੀ ਕੋ ਭੈ ਪ੍ਰਾਪਤ। ਤੇ ਸਾਡੇ ਹਿਰਦੇ ਅੰਦਰ ਗੁਰਬਾਣੀ ਦਾ ਭੈ ਪ੍ਰਾਪਤ ਹੋ ਜੇ ਮਹਾਰਾਜ। ਅਸੀਂ ਵੀ ਮਹਾਰਾਜ ਤੁਹਾਡੀ ਕਿਰਪਾ ਸਦਕਾ ਗੁਰਬਾਣੀ ਦਾ ਅਦਬ ਭੈ ਸਤਿਕਾਰ ਵੱਧ ਤੋਂ ਵੱਧ ਕਮਾ ਸਕੀਏ ਜੀ। ਜਿਸ ਤੇ ਮੁਕਤੀ ਕੋ ਦਰ ਜਾਪਤ। ਜਿਸ ਕਰਕੇ ਮਹਾਰਾਜ ਅਸੀਂ ਵੀ ਗਰੀਬ ਨਵਾਜ ਮੁਕਤੀ ਨੂੰ ਪ੍ਰਾਪਤ ਹੋਈਏ ਜੀ। ਲਗਹ ਪ੍ਰੇਮ ਗੁਰ ਸ਼ਬਦ ਮਝਾਰਾ। ਏਦਾਂ ਸਾਡਾ ਵੀ ਮਨ ਗੁਰੂ ਕੇ ਸ਼ਬਦ ਦੇ ਵਿੱਚ ਲੱਗ ਜਾਵੇ, ਸਾਡੇ ਹਿਰਦੇ ਅੰਦਰ ਵੀ ਪ੍ਰੇਮ ਪੈਦਾ ਹੋ ਜਾਏ ਜੀ। ਇਸ ਤੇ ਹੋਏ ਹਮਰੋ ਨਿਸਤਾਰਾ। ਜਿਸ ਕਰਕੇ ਸਾਡਾ ਨਿਸਤਾਰਾ ਹੋ ਜਾਵੇ, ਸਾਡੀ ਵਡਿਆਈ ਮਹਾਰਾਜ ਭਾਵ ਵੀ ਸਾਡਾ ਇਸ ਸੰਸਾਰ ਤੋਂ ਜਿਹੜਾ ਪਾਰ ਉਧਾਰਾ ਇਸ ਕਿਹੜੀ। ਮਹਾਰਾਜ ਸਾਡੇ ਕਿਰਪਾ ਕਰੋ ਸਾਡੇ ਤੇ, ਤੁਹਾਡੇ ਬਚਨ ਜਿਹੜੇ ਕਹੇ ਹੋਏ ਹੈ ਤੇ ਗੁਰਬਾਣੀ ਦੀ ਜਿਹੜੀ ਵਡਿਆਈ ਮਹਿਮਾ ਹੈ ਉਹ ਸਾਡੇ ਹਿਰਦੇ ਵਿੱਚ ਵਸ ਜਾਵੇ ਜੀ। ਕਟਹ ਬ੍ਰਿੰਦ ਕਰਮਨ ਕੀ ਬੇੜੀ। ਕਈ ਜਿਹੜੇ ਕਰਮਾਂ ਕਰਤਾ ਭੋਗਤਾ ਹੰਗਤਾ ਮਮਤਾ ਜੰਮਣ ਮਰਨ ਬੰਧਨਾਂ ਦੀ ਬੇੜੀ ਜਿਹੜੀ ਕੱਟੀ ਜਾਏ ਜੀ। ਸੁਨ ਪ੍ਰਸੰਨ ਭੇ ਸ੍ਰੀ ਹਰਿ ਰਾਏ। ਸੁਣ ਕੇ ਸਤਿਗੁਰੂ ਹਰਿਰਾਏ ਸਾਹਿਬ ਜੀ ਰਾਗੀ ਸਿੱਖਾਂ ਤੋਂ ਬੜੇ ਖੁਸ਼ ਹੋਏ ਆ। ਦੀਨਸ ਬਰ ਬਾਣੀ ਭੈ ਤੇ ਭਾਏ। ਮਹਾਰਾਜ ਨੇ ਇਹੀ ਵਰਦਾਨ ਦਿੱਤਾ, ਸਿੱਖੋ ਤੁਹਾਡੇ ਅੰਦਰ ਬਾਣੀ ਦਾ ਭੈ ਤੇ ਪ੍ਰੇਮ ਪੈਦਾ ਹੋਵੇ। ਗੁਰੂ ਉਪਦੇਸ਼ ਜਾਹੇ ਮਨ ਰਾਗਾ। ਗੁਰੂ ਕਾ ਉਪਦੇਸ਼ ਮਹਾਰਾਜ ਕਹਿੰਦੇ ਸਿੱਖੋ ਜਿਹਦੇ ਅੰਦਰ ਗੁਰੂ ਕੀ ਸਿੱਖਿਆ ਵਸ ਜਾਂਦੀ ਹੈ, ਜਿਹਨੂੰ ਗੁਰੂ ਕਾ ਉਪਦੇਸ਼ ਜਿਹੜਾ ਮਨ ਕਰਕੇ ਗੁਰੂ ਕੇ ਉਪਦੇਸ਼ ਨੂੰ ਪੱਕਾ ਦ੍ਰਿੜ ਕਰ ਲੈਂਦਾ, ਗ੍ਰਹਿਣ ਕਰ ਲੈਂਦਾ ਹੈ। ਕੋਟ ਜਨਮ ਕੋ ਸੋਵਤ ਜਾਗਾ। ਫਿਰ ਜਦੋਂ ਸਿੱਖ ਗੁਰੂ ਕੇ ਬਚਨ ਨੂੰ ਪੱਲੇ ਬੰਨ੍ਹ ਲੈਂਦਾ ਨਾ, ਫਿਰ ਚਾਹੇ ਕਰੋੜਾਂ ਜਨਮਾਂ ਦਾ ਵੀ ਸੁੱਤਾ ਹੋਵੇ ਮਨ ਕਰਕੇ ਬਿਰਤੀ ਕਰਕੇ ਅਗਿਆਨ 'ਚ ਹੀ ਤੁਰਿਆ ਫਿਰਦਾ ਹੋਵੇ, ਤਾਂ ਜਦੋਂ ਗੁਰੂ ਕੀ ਸਿੱਖਿਆ ਨੂੰ ਪੱਲੇ ਬੰਨ੍ਹ ਲਿਆ ਫਿਰ ਜਾਗ ਪੈਂਦਾ ਹੈ। ਮਨ ਜਾਗੇ ਕੀ ਇਹ ਨਿਸ਼ਾਨੀ। ਇਹ ਨਿਸ਼ਾਨੀ ਹੁੰਦੀ ਹੈ ਮਨ ਜਾਗੇ ਦੀ। ਜਿਨ੍ਹਾਂ ਦੇ ਮਨ ਜਾਗੇ ਉਹਨਾਂ ਤੋਂ ਸਾਫ਼ ਪਤਾ ਲੱਗ ਜਾਏਗਾ ਵੀ ਉਹ ਗੁਰੂ ਕਾ ਬਚਨ ਕਦੇ ਛੱਡਣਗੇ ਨਹੀਂ, ਜੋ ਮਹਾਰਾਜ ਕਹਿਣਗੇ ਉਹ ਮੰਨਣਗੇ। ਇਹੀ ਜਾਗੇ ਹੋਏ ਸਿੱਖਾਂ ਦੀ ਨਿਸ਼ਾਨੀ ਹੁੰਦੀ ਹੈ। ਪ੍ਰਿਯ ਲਾਗਹ ਔਰ ਸਤਿਗੁਰ ਬਾਣੀ। ਤੇ ਦੂਜਾ ਲੱਛਣ ਹੁੰਦਾ ਵੀ ਉਹਨਾਂ ਨੂੰ ਗੁਰੂ ਕੀ ਬਾਣੀ ਪਿਆਰੀ ਲੱਗਦੀ ਹੈ। ਗੁਰੂ ਕੀ ਬਾਣੀ ਤੋਂ ਕਦੇ ਮਨ ਨਹੀਂ ਉਚਾਟ ਹੋਏਗਾ ਵੀ ਦੇਰ ਹੋ ਗਈ ਸਵੇਰ ਹੋ ਗਈ। ਉਹ ਇੱਕ ਰਸ ਸੱਚੇ ਪਾਤਸ਼ਾਹ ਦੀ ਬਾਣੀ ਜਿੰਨੀ ਮਿਲ ਜੇ ਉਨੀ ਥੋੜ੍ਹੀ, ਇੱਦਾਂ ਕਰਕੇ ਜਾਣਦੇ ਹਨ। ਧੰਨ ਸਿੱਖ ਜਿਨ ਕੇ ਉਰ ਭਾਈ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਨੂੰ ਗੁਰੂ ਕੀ ਬਾਣੀ ਚੰਗੀ ਲੱਗੀ, ਭਾਈ ਉਹ ਸਿੱਖ ਧਨ ਹਨ। ਧਨਤਾ ਯੋਗ ਧਨ ਉਹਨਾਂ ਦੀ ਮਾਤਾ ਪਿਤਾ ਉਹਨਾਂ ਦਾ ਧਨ ਹੈ। ਸਮ ਸਲਤਾ ਮਨ ਮੀਨ ਬਨਾਈ। ਜਿਨ੍ਹਾਂ ਨੇ ਗੁਰੂ ਕੀ ਬਾਣੀ ਨੂੰ
ਨਦੀ ਬਣਾਇਆ ਹੋਇਆ ਹੈ ਤੇ ਆਪਣੇ ਮਨ ਨੂੰ ਮੱਛੀ ਬਣਾਇਆ ਹੋਇਆ, ਗੁਰਬਾਣੀ ਦੇ ਵਿੱਚ ਹੀ ਤਾਰੀਆਂ ਲਾਉਂਦੇ ਰਹਿੰਦੇ ਆ। ਪਰਮ ਸਿੱਖ ਜਿਨ ਕੋ ਮਨ ਕਾਨਨ। ਮਹਾਰਾਜ ਕਹਿੰਦੇ ਉਹ ਵੱਡੇ ਸਿੱਖ ਹੈ, ਸਿੱਖੋ ਪੂਜਨੀਕ ਸਿੱਖ ਹਨ ਜਿਨ੍ਹਾਂ ਦੇ ਮਨ ਰੂਪੀ ਜੰਗਲ ਦੇ ਵਿੱਚ ਵਿਚਰਹ ਨਿਤ ਗੁਰ ਸ਼ਬਦ ਪਛਾਨਨ। ਗੁਰੂ ਕੇ ਸ਼ਬਦ ਰੂਪੀ ਸ਼ੇਰ ਬੁੱਘਦਾ ਹੈ, ਸ਼ੇਰ ਗੱਜਦਾ ਹੈ, ਸ਼ੇਰ ਵਿਚਰਦਾ, ਜਿਨ੍ਹਾਂ ਦੇ ਮਨ ਰੂਪੀ ਜੰਗਲ ਵਿੱਚ ਗੁਰਬਾਣੀ ਰੂਪੀ ਸ਼ੇਰ ਭਾਵ ਜਿਨ੍ਹਾਂ ਦੇ ਮਨ ਵਿੱਚ ਸਦਾ ਅੱਠੇ ਪੈਰ ਗੁਰੂ ਕੀ ਬਾਣੀ ਰਹਿੰਦੀ ਹੈ, ਵਸਦੀ ਹੈ, ਉਹ ਸਿੱਖ ਪ੍ਰਧਾਨ ਹਨ, ਮੁਖੀ ਹਨ, ਬੜੇ ਗੁਰਮੁਖ ਪਿਆਰੇ ਵੱਡੇ ਵੱਡੇ ਹੈ। ਤਾਰੂ ਭਰਮ ਭਿਰਿਓ ਨਰ ਡੋਲਹ। ਮਹਾਰਾਜ ਕਹਿੰਦੇ ਵੀ ਜਿਹੜਾ ਭਰਮ ਦਾ ਤਾਲਾ ਹੈ ਨਾ ਉਹ ਭਿੜਿਆ ਹੋਇਆ ਹੈ ਤੇ ਮਨੁੱਖ ਡੋਲਦੇ ਫਿਰਦੇ ਆ ਵੀ ਅੰਦਰੋਂ ਜਿਹੜਾ ਉਹ ਭਰਮ ਦਾ ਜੰਦਰਾ ਲੱਗਾ ਹੋਇਆ ਤੇ ਸੁਰਤੀ ਬਿਰਤੀ ਨੂੰ, ਉਹ ਇਸ ਕਰਕੇ ਚੰਗੇ ਸ਼ੁਭ ਗੁਣ ਹੈ ਹੀ ਅੰਦਰ ਨੇ, ਅੰਦਰ ਪਏ ਤੇ ਉਹ ਬਾਹਰੋਂ ਤਾਲਾ ਲੱਗਾ ਹੋਇਆ, ਚੰਗੀ ਜਿਹੜੀ ਬਿਰਤੀ ਹੈ ਸ਼ੁਭ ਵਾਲੇ ਪਾਸੇ ਤੇ ਦੈਵੀ ਸੰਪਦਾ ਦੇ ਕਮਰੇ ਨੂੰ ਤਾਲਾ ਲੱਗਾ ਹੈ ਭਰਮ ਦਾ, ਤੇ ਇਹ ਵਿਚਾਰਾ ਹੋਰ ਹੀ ਪਾਸੇ ਭਟਕਦਾ ਫਿਰਦਾ ਡੋਲਦਾ ਫਿਰਦਾ ਹੈ। ਗੁਰਬਾਣੀ ਤਾਰੀ ਸੰਗ ਖੋਲਹ। ਮਹਾਰਾਜ ਕਹਿੰਦੇ ਤਾਲਾ ਜਿਹੜਾ ਨਾ ਭਰਮ ਦਾ, ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਗੁਰੂ ਕੀ ਬਾਣੀ ਤੋਂ ਬਿਨਾਂ ਮਹਾਰਾਜ ਕਹਿੰਦੇ ਭਰਮ ਦਾ ਤਾਲਾ ਮਨ ਦਾ ਖੁੱਲ੍ਹਦਾ ਹੀ ਨਹੀਂ, ਤੇ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ, ਗੁਰੂ ਕੀ ਬਾਣੀ ਕੁੰਜੀ ਹੈ, ਇਹਦੇ ਨਾਲ ਗੁਰੂ ਕੀ ਬਾਣੀ ਦੇ ਨਾਲ ਮਨ ਦਾ ਜਿਹੜਾ ਸ਼ੁਭ ਗੁਣਾਂ ਦਾ ਖਜ਼ਾਨਾ ਅੰਦਰ ਹੀ ਪਿਆ ਹੈ ਨਾ, ਉਹ ਸਾਰਾ ਖੁੱਲ ਜਾਂਦਾ ਹੈ ਜੀ। ਭਗਤ ਵਿਰਾਗ ਗਿਆਨ ਗੁਣ ਕਨੇ। ਫਿਰ ਭਗਤੀ ਵਿਰਾਗ ਹੋਰ ਗਿਆਨ ਤੋਂ ਇਲਾਵਾ ਸਤ ਸੰਤੋਖ ਦਇਆ ਧਰਮ ਮੈਤਰੀ ਮਿਰਦਤਾ ਤੇ ਅਪੇਖਾ ਇਤਿਆਦਿਕ ਬੜੇ ਸ਼ੁਭ ਗੁਣ ਪ੍ਰਾਪਤ ਹੁੰਦੇ ਹਨ। ਪ੍ਰਵਿਸ਼ਹ ਕੋਸ਼ਠ ਸੋ ਤਬ ਚੁਨੇ। ਮਹਾਰਾਜ ਕਹਿੰਦੇ ਭਗਤ ਵਿਰਾਗ ਗਿਆਨ ਦੇ ਸੰਯੁਕਤ ਜਿਹੜਾ ਕੋਠਾ ਹੈ ਉਹਦੇ ਵਿੱਚ ਫਿਰ ਮਨੁੱਖ ਪ੍ਰਵੇਸ਼ ਕਰਦਾ ਗੁਰਬਾਣੀ ਚਾਬੀ ਦੇ ਨਾਲ। ਭਰਮ ਦਾ ਜੰਦਰਾ ਜਦੋਂ ਖੁੱਲ੍ਹਦਾ ਫਿਰ ਅਸਲੀ ਟਿਕਾਣੇ ਤੇ ਆਉਂਦਾ ਤੇ ਫਿਰ ਉਹ ਸਾਰੇ ਮੋਤੀ ਚੁਣ ਲੈਂਦਾ ਹੈ। ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਕੋ ਗੁਰ ਕੀ ਸਿੱਖ ਸੁਣੀ। ਸਤਿਗੁਰ ਬਾਣੀ ਚੰਦਨ ਬਾਵਨ। ਮਹਾਰਾਜ ਕਹਿੰਦੇ ਸਿੱਖੋ ਸਤਿਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਉਹ 52 ਜਿਹੜੀ ਵੈਰਾਈਟੀ 52 ਜਿਹੜੀ ਹੈ ਨਾ ਉਹ 52 ਚੰਦਨ ਹੈ। 52 ਤਰ੍ਹਾਂ ਦਾ ਚੰਦਨ ਜਿਹੜਾ ਮੰਨਿਆ ਹੈ ਨਾ ਸ਼ੁੱਧ ਸਾਰਿਆਂ ਤੋਂ 52 ਚੰਦਨ ਇੱਕ ਜਿਣਸ ਹੈ ਚੰਦਨ ਚੋਂ। ਐਸਾ ਚੰਦਨ ਸਤਿਗੁਰਾਂ ਦੀ ਬਾਣੀ ਹੈ। ਮਨ ਦਾਸਨ ਤਰ ਕਰਹਿ ਸੁਖਾਵਨ। ਸਿੱਖਾਂ ਦੇ ਜਿਹੜੇ ਮਨ ਹੈ ਨਾ ਦਾਸਾਂ ਦੇ ਇਹ ਆਮ ਰੁੱਖਾਂ ਵਰਗੇ ਜਿਵੇਂ ਓਏ ਪੀ ਚੰਦਨ ਹੋਏ ਰਹਿ ਬਸਹਿ ਜੋ ਚੰਦਨ ਪਾਸ। ਚੰਦਨ ਕੁਰ ਲੈ ਕਰਕੇ ਹੋਰ ਰੁੱਖ ਵੀ ਚੰਦਨ ਬਣ ਜਾਂਦੇ ਆ ਤੇ ਜਿਹੜੇ ਦਾਸ ਬਣ ਜਾਂਦੇ ਉਹਨਾਂ ਦੇ ਮਨ ਦੂਜੇ ਰੁੱਖਾਂ ਵਰਗੇ ਹੈ। ਤੇ ਗੁਰੂ ਪਾਤਸ਼ਾਹ ਦੀ ਬਾਣੀ ਚੰਦਨ ਵਰਗੀ ਕਿਰਪਾ ਕਰਦੀ ਹੈ। ਇਹਨਾਂ ਦੇ ਮਨਾਂ ਦੇ ਵਿੱਚੋਂ ਫਿਰ ਬਾਣੀ ਦੀ ਸੁਗੰਧੀ ਆਉਣ ਲੱਗ ਪੈਂਦੀ ਹੈ, ਗੁਰੂ ਕੀ ਬਾਣੀ ਦਾ ਰੂਪ ਬਣ ਜਾਂਦੇ ਹਨ। ਜਿਸ ਕੇ ਭਾਗ ਪੁਰਬਲੇ ਜਾਗੈ। ਪਰ ਇਹ ਬਿਦਤ ਸਹਿ ਪ੍ਰਾਪਤ ਜਾ ਕੇ ਮਸਤਕ ਭਾਗਣਾ ਵੀ ਜਿਨ੍ਹਾਂ ਦੇ ਪਿਛਲੇ ਵੱਡੇ ਕਰਮ ਹੁੰਦੇ ਨਾ ਉਹਨਾਂ ਨੂੰ ਇਹ ਸਾਰੀ ਕਿਰਪਾ ਪ੍ਰਾਪਤ ਹੁੰਦੀ। ਉਹੀ ਵੱਡੇ ਭਾਗ ਜਦੋਂ ਕਿਸੇ ਦੇ ਜਾਗਦੇ ਹੈ। ਗੁਰਬਾਣੀ ਤਿਸ ਮਿੱਠੀ ਲਾਗੈ। ਉਹਨਾਂ ਨੂੰ ਬਾਣੀ ਮਿੱਠੀ ਲੱਗਦੀ ਹੈ। ਨੇ ਤਾਂ ਵੇਖਦੇ ਹੀ ਅੱਜ ਕੀ ਹਾਹਾਕਾਰ ਮਾਰੇ। ਕਹਿੰਦੇ ਵੀ ਇਹ ਬਾਣੀ ਤਾਂ ਮਿੱਠੀ ਉਹਨਾਂ ਨੂੰ ਲੱਗਦੀ ਹੈ ਜਿਨ੍ਹਾਂ ਦੇ ਕਿ ਪਿਛਲੇ ਕੋਈ ਵੱਡਾ ਕਰਮ ਹੈ। ਕਰਮਾਂ ਬਿਨਾਂ ਸਤਿਗੁਰਾਂ ਦੀ ਬਾਣੀ ਚੰਗੀ ਹੋਈ ਨਹੀਂ ਲੱਗਦੀ। ਇੱਦਾਂ ਮਨ ਜਿਹੜਾ ਉਹ ਕਲਪਾਉਂਦਾ ਬਾਣੀ ਸੁਣ ਸੁਣ ਕੇ ਦੁੱਖ ਹੁੰਦਾ ਵੀ ਕਦੋਂ ਖਹਿੜਾ ਛੱਡਣ ਸਾਡਾ ਤੇ ਅਸੀਂ ਇੱਥੋਂ ਜਾਈਏ। ਇੱਦਾਂ ਦਾ ਹਾਲ ਬਣ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਬਾਣੀ ਪਿਛਲਾ ਕੋ ਪੂਰਬਲਾ ਕਰਮ ਹੈ, ਫਿਰ ਜਾ ਕਰਕੇ ਕਿਤੇ ਬਾਣੀ ਦੇ ਨਾਲ ਪ੍ਰੇਮ ਵੱਜਦਾ ਤੇ ਬਾਣੀ ਸੁਣੀ ਚੰਗੀ ਲੱਗਦੀ ਹੈ। ਹੋਰ 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 ਬਾਣੀ ਦੇ ਪ੍ਰਥਾਏ ਤ੍ਰਿਸ਼ਨਾ ਲੱਗਦੀ ਹੈ। ਬਿਨਾ ਭਾਗ ਤੇ ਲਖ ਹੈ ਨਾ ਕੋਈ। ਤੇ ਬਿਨਾ ਭਾਗ ਤੋਂ ਮਨ ਗੁਰਬਾਣੀ ਵਿੱਚ ਮਾਰੇ ਕਹਿੰਦੇ ਨਹੀਂ ਰੰਗਿਆ ਜਾਂਦਾ। ਭਾਗ ਤੋਂ ਬਿਨਾਂ ਇਹ ਗੱਲ ਜਾਣਦਾ ਹੀ ਕੋਈ ਨਹੀਂ ਵੀ ਬਾਣੀ ਦੇ ਵਿੱਚ ਕਿਹੜਾ ਆਨੰਦ ਹੈ। ਤੇ ਭਾਗ ਦੀ ਖੇਡ ਹੈ ਸਾਰੀ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਕਿਮ ਕਲ ਬਿਖੈ ਪਾਏ ਗਤ ਸੋਈ। ਤੇ ਕਿਵੇਂ ਫਿਰ ਉਹਨਾਂ ਦੀ ਕਲਿਆਣ ਹੋਊ ਭਾਈ ਕਲਯੁਗ ਦੇ ਵਿੱਚ। ਜਿਨ੍ਹਾਂ ਨੂੰ ਬਾਣੀ ਨਹੀਂ ਗੁਰੂ ਕੀ ਚੰਗੀ ਲੱਗਦੀ ਤੇ ਫਿਰ ਗਾਂ ਤਾਂ ਗੱਲ ਹੀ ਦੂਜੀ ਕੋਈ ਨਹੀਂ ਨਾ। ਜੇ ਬਾਣੀ ਚੰਗੀ ਲੱਗਦੀ ਹੈ ਤੇ ਉਹੀ ਖਿਆਲ ਕਰਨ ਵੀ ਮਹਾਰਾਜ ਸਾਡੀ ਬਾਂਹ ਫੜੇਗਾ। ਜਿਨ੍ਹਾਂ ਨੂੰ ਗੁਰੂ ਦੀ ਗੱਲ ਨਹੀਂ ਚੰਗੀ ਲੱਗਦੀ ਤਾਂ ਪਾਤਸ਼ਾਹ ਕਹਿੰਦੇ ਫਿਰ ਉਹਨਾਂ ਨੂੰ ਗੁਰੂ ਕਿਵੇਂ ਚੰਗਾ ਲੱਗਦਾ ਹੋਏਗਾ। ਜਿਹਨੂੰ ਮਰ ਦੀ ਗੱਲ ਹੀ ਨਹੀਂ ਚੰਗੀ ਲੱਗਦੀ ਤੇ ਉਹ ਮਹਾਰਾਜ ਆਪਾਂ ਅਕਸਰ ਹੀ ਸੰਸਾਰੀ ਸਿੱਧੇ ਤੌਰ 'ਤੇ ਖਾਲਸਾ ਜੀ ਤੁਸੀਂ ਜੇ ਤੁਹਾਨੂੰ ਬੰਦੇ ਦੀ ਗੱਲ ਚੰਗੀ ਨਹੀਂ ਲੱਗਦੀ ਤੁਹਾਨੂੰ ਬੰਦਾ ਕਦੇ ਨਹੀਂ ਚੰਗਾ ਲੱਗਦਾ ਹੋਏਗਾ। ਸਾਫ਼ ਹੈ। ਜਿਹੜਾ ਤੁਹਾਨੂੰ ਬੰਦਾ ਚੰਗਾ ਲੱਗਦਾ ਉਹ ਜਿਹੋ ਜਿਹੀ ਮਰਜ਼ੀ ਗੱਲ ਕਰੇ ਤਾਂ ਵੀ ਬੰਦਾ ਸੁਣੀ ਜਾਂਦਾ ਕਿਉਂਕਿ ਮਨੁੱਖ ਚੰਗਾ ਲੱਗ ਰਿਹਾ। ਇਸ ਤਰ੍ਹਾਂ ਖਾਲਸਾ ਜੀ ਜਿਨ੍ਹਾਂ ਨੂੰ ਗੁਰੂ ਚੰਗਾ ਲੱਗਦਾ ਉਹਨਾਂ ਨੂੰ ਗੁਰੂ ਦੀ ਗੱਲ ਵੀ ਚੰਗੀ ਲੱਗਦੀ। ਜਿਨ੍ਹਾਂ ਨੂੰ ਗੁਰੂ ਕੀ ਬਾਣੀ ਤੋਂ ਮਨ ਅੱਕ ਜਾਂਦਾ ਨਾ ਜਿਨ੍ਹਾਂ ਦਾ ਉਹ ਫਿਰ ਮਤਾ ਖਿਆਲ ਕਰਨ ਉਹ ਸਮਝੋ ਵੀ ਭਾਵੇਂ ਨਾ ਹੀ ਮੰਨੇ
ਪਰ ਉਹਨਾਂ ਨੂੰ ਗੁਰੂ ਵੀ ਚੰਗਾ ਨਹੀਂ ਲੱਗਦਾ ਹੋਵੇਗਾ ਕਿਸੇ ਵਿਧੀ ਦੇ ਨਾਲ, ਕਿਉਂਕਿ ਮਹਾਰਾਜ ਦੀ ਗੱਲ ਤਾਂ ਚੰਗੀ ਲੱਗਦੀ ਹੈ ਜੇ ਗੁਰੂ ਪਾਤਸ਼ਾਹ ਨਾਲ ਪ੍ਰੇਮ ਹੈ। ਇਹ ਸ਼ੁਭ ਸਿੱਖਿਆ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਆਏ ਹੋਏ ਦੋ ਰਾਗੀ ਸਿੱਖਾਂ ਨੂੰ ਉਪਦੇਸ਼ ਦਿੱਤਾ। ਨਾਲ ਨਾਲ ਤੁਹਾਨੂੰ ਸਾਨੂੰ ਸਭ ਨੂੰ ਸਾਧ ਸੰਗਤ ਜੀ ਇਹ ਰਹਿਤ ਦੇ ਬਚਨ ਕਹਿ ਵੀ ਜਿਨ ਪੈਦ ਬਨ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ। ਜਿਨ੍ਹਾਂ ਨੇ ਗੁਰਬਾਣੀ ਦਾ ਅਦਬ ਸਤਿਕਾਰ ਪੈ ਨਹੀਂ ਕੀਤਾ ਉਹ ਸਾਡਾ ਸਿੱਖ ਨਹੀਂ ਹੋ ਸਕਦਾ, ਅਤੇ ਜਿਨ੍ਹਾਂ ਦੇ ਅੰਦਰ ਬਾਣੀ ਦਾ ਅਦਬ ਹੈ, ਪੈ ਸਤਿਕਾਰ ਹੈ, ਉਹਨਾਂ ਦੀ ਲੋਕ ਅਤੇ ਪਰਲੋਕ ਦੇ ਵਿੱਚ ਅਸੀਂ ਬਾਂਹ ਫੜਾਂਗੇ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਇਹਨਾਂ ਸਿੱਖਾਂ ਨੂੰ ਅਤੇ ਸਾਨੂੰ ਤੁਹਾਨੂੰ ਸਭ ਨੂੰ ਇਹ ਸ਼ੁਭ ਉਪਦੇਸ਼ ਸ਼ੁਭ ਸਿੱਖਿਆ ਬਖਸ਼ਿਸ਼ ਕੀਤੀ। ਇੱਥੇ ਸਮਾਪਤਾ ਹੈ ਸਾਧ ਸੰਗਤ ਜੀ। ਮਹਾਰਾਜ ਦੀ ਪਾਵਨ ਪਵਿੱਤਰ ਸ਼ੁਭ ਸਿੱਖਿਆ ਸਾਡੇ ਵਸੇ ਤਾਂ ਕਿ ਸਾਨੂੰ ਵੀ ਇਸ ਗੱਲ ਦੀ ਸੋਝੀ ਹੈ ਵੀ ਮਹਾਰਾਜ ਦੀ ਬਾਣੀ ਦਾ ਜਿੰਨਾ ਸਤਿਕਾਰ ਹੋ ਸਕੇ ਆਪਦੇ ਸਰੀਰ ਦਾ ਸੁੱਖ ਵਹਿੰਦਿਆਂ ਖਾਲਸਾ ਜੀ ਮਹਾਰਾਜ ਦੀ ਬਾਣੀ ਦਾ ਜਿਹੜਾ ਨਰਾਦਰ ਕਰਦਾ ਸਰੀਰ ਤਾਂ ਉਹ ਨਾਲ ਵੀ ਨਹੀਂ ਜਾਂਦਾ, ਉਹ ਵੀ ਚੁੱਕ ਕੇ ਜਾਣਾ ਪੈਂਦਾ। ਇੱਦਾਂ ਵੀ ਜਿਹੜੇ ਸਰੀਰ ਦੀ ਖਾਤਰ ਅਸੀਂ ਮਹਾਰਾਜ ਦੀ ਬਾਣੀ ਦਾ ਨਰਾਦਰ ਕਰਦੇ ਹਾਂ ਨਾ, ਉਹ ਸਰੀਰ ਤਾਂ ਕੁਝ ਸਮੇਂ ਦੀ ਖੇਡ ਆ, ਕਿਆ ਪ੍ਰਵਾਸ ਆ ਇਸ ਭਾਂਡੇ ਦਾ ਇਤਨਕ ਲਾਗੈ ਠਣਕਾ। ਪਰ ਜਿਹੜੀ ਬਾਣੀ ਦਾ ਅਸੀਂ ਨਰਾਦਰ ਕਰ ਰਹੇ ਉਹ ਤਾਂ ਪ੍ਰਲੋਕ ਵਿੱਚ ਵੀ ਨਾਲ ਨਿਭਣੀ ਹੈ। ਇਸ ਕਰਕੇ ਜਿਹੜੀ ਚੀਜ਼ ਨਾਲ ਜਾਣ ਵਾਲੀ ਉਹਦਾ ਸਤਿਕਾਰ ਕਰਨਾ ਚਾਹੀਦਾ। ਇਹ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸੋਝੀ ਆਵੇ। ਤੋ ਸਮਾਪਤੀ ਹੈ। ਅਗਲੇ ਪ੍ਰਸੰਗ ਵਿੱਚ ਜਿਵੇਂ ਮਹਾਰਾਜ ਹੋਰ ਉਪਦੇਸ਼ ਬਖਸ਼ਦੇ ਹੈ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਇਹ ਲੋਕ ਸੁਖੀਏ ਪਰਲੋਕ ਵੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ। ਜਿਸ ਕੇ ਭਾਗ ਪ੍ਰਬਲੇ ਜਗ ਹੈ ਗੁਰਬਾਣੀ ਤਿਸ ਮਿੱਠੀ ਲੱਗ ਹੈ। ਬਿਨਾ ਭਾਗ ਤੇ ਲਖਹ ਨ ਕੋਈ ਕਿਮ ਕਲ ਬਿਖੈ ਪਾਏ ਗਤ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।